ਜਥੇਬੰਦੀਆਂ ਦੇ ਵੱਲੋਂ ਇੱਕ ਵੱਡਾ ਫੈਸਲਾ ਕੀਤਾ ਗਿਆ ਹੈ। 8 ਤਰੀਕ ਨੂੰ ਭਾਰਤ ਬੰਦ ਦੀ ਕਾਲ ਦਿੱਤੀ ਗਈ ਹੈ। 8 ਤਰੀਕ ਨੂੰ ਕਦੋਂ ਅਤੇ ਕਿੰਨੇ ਵਜੇ ਭਾਰਤ ਬੰਦ ਹੋਵੇਗਾ, ਕਿਹੜੀਆਂ-ਕਿਹੜੀਆਂ ਚੀਜ਼ਾਂ ਖੁੱਲੀਆਂ ਰਹਿਣਗੀਆਂ, ਮੇਰੇ ਨਾਲ ਗੱਲਬਾਤ ਕਰਨ ਲਈ ਬਲਦੇਵ ਸਿੰਘ ਨਿਹਾਲਗੜ੍ਹ ਨੇ। ਬਲਦੇਵ ਜੀ, ਸਭ ਤੋਂ ਪਹਿਲਾਂ ਇਹ ਦੱਸ ਦਿਓ ਕਿ ਜਦੋਂ ਭਾਰਤ ਬੰਦ ਹੈ, ਕਿੰਨੇ ਵਜੇ ਤੋਂ ਭਾਰਤ ਬੰਦ ਹੋਊਗਾ, ਕਿਹੜੀਆਂ-ਕਿਹੜੀਆਂ ਚੀਜ਼ਾਂ ਖੁੱਲੀਆਂ ਰਹਿਣਗੀਆਂ, ਸਾਰੀ ਡਿਟੇਲ ਦੇ ਵਿੱਚ ਜਾਣਕਾਰੀ ਦੇ ਦਿਓ। ਮੈਂ ਬਲਦੇਵ ਸਿੰਘ ਨਿਹਾਲਗੜ੍ਹ, ਜਨਰਲ ਸਕੱਤਰ ਪੰਜਾਬ ਕੁੱਲ ਹਿੰਦ ਕਿਸਾਨ ਸਭਾ। ਤੇ ਜਿੱਥੇ ਤੱਕ ਆਪਨੇ ਬੰਦ ਦੀ ਗੱਲ ਕੀਤੀ ਹੈ, ਕਿਉਂਕਿ ਬੰਦ ਹੈ ਜਿਹੜਾ ਸਾਡੇ ਲਈ ਬਹੁਤ ਮਹੱਤਵਪੂਰਨ ਹੈ। ਇਸ ਬੰਦ ਦੇ ਦੌਰਾਨ ਜੇਕਰ ਕਿਸੇ ਤਰ੍ਹਾਂ ਵੀ ਕੋਈ ਚੂਕ ਹੋ ਜਾਂਦੀ ਹੈ ਤਾਂ ਸਾਡੇ ਲਈ ਬੜੀ मतलब मुसीबत हो सकती है। इसलिए हम 2-3 बातों हम चैलेंज है। एक तो इसको अमन अमान से शांतिपूर्वक इसको सफल बनाना, और दूसरे इसकी इस सारे हिंदुस्तान में पूरी तरह से बंद होना, ताकि इस सरकार को पता लग जाए कि अब भारत है जो मेरे पूरी तरह खिलाफ है। जो आज पीएम हाउस में है वो वापस उनको पता लगे कि पीएम हाउस से मैं वापस रेलवे स्टेशन पर चाय बेचने भी जा सकता हूँ। ऐसी स्थिति भी आ सकती है। जे ਆਪਾਂ ਪੰਜਾਬੀ ਚ ਗੱਲ ਕਰਦੇ ਹਾਂ ਕਿ ਇਹ ਦੱਸੋ ਕਿ ਕੋਈ ਗੱਲ ਨਹੀਂ, ਹੁਣ ਨੈਸ਼ਨਲ ਦਾ ਤੁਹਾਨੂੰ ਵੀ ਭੁਲੇਖਾ ਪੈਂਦਾ ਵਾਰ-ਵਾਰ, ਪਰ ਇਹ ਹੈ ਕਿ ਇਹ ਦੱਸੋ ਵੀ ਕਿਹੜੀਆਂ-ਕਿਹੜੀਆਂ ਚੀਜ਼ਾਂ ਜਿਹੜੀਆਂ ਖੁੱਲੀਆਂ ਰਹਿਣਗੀਆਂ ਅਤੇ ਕਿੰਨੇ ਵਜੇ ਬੰਦ ਹੋਊਗਾ। ਦੇਖੋ, ਅਸੀਂ ਫੈਸਲਾ ਅੱਜ ਹੀ ਲਿਆ। ਇਹ ਪਰਸੋਂ ਤਾਂ ਐਲਾਨ ਹੀ ਕੀਤਾ ਸੀ ਬੰਦ ਦਾ। ਅੱਜ ਇਹ ਫੈਸਲਾ ਲਿਆ ਵੀ ਇਹਨੂੰ ਕਿਵੇਂ ਜਾਏ। ਅਸੀਂ ਚਾਹੁੰਦੇ ਹਾਂ ਕਿ ਕੋਈ ਵੀ ਸਵੇਰ ਦਾ ਦੁੱਧ ਜਾਂ ਸਬਜ਼ੀਆਂ ਉਹ ਬਾਜ਼ਾਰ ਵਿੱਚ ਨਾ ਜਾਣ, ਔਰ ਉਹਨਾਂ ਸਾਥੀਆਂ ਨੂੰ ਕਹਿਤਾ ਵੀ ਇੱਕ ਦਿਨ ਬਾਅਦ ਚਲੇ ਜਾਣਗੇ, ਕਿਉਂਕਿ ਸਾਰੇ ਸਾਡੇ ਨਾਲ ਨੇ ਦੋਜੀ ਵੀਰ ਤੇ ਹੋਰ ਜਿੰਨੇ ਵੀ ਕਿਸਾਨ ਵੀਰ ਨੇ ਜਿਹੜੇ ਕਾਰੋਬਾਰ 'ਚ ਲੱਗੇ ਹੋਏ ਨੇ, ਫਲਾਂ ਸਬਜ਼ੀਆਂ ਤੇ ਮੱਝਾਂ ਦੇ ਕਾਰੋਬਾਰ 'ਚ, ਗਾਈਆਂ ਦੇ, ਉਹ ਸਾਰਿਆਂ ਨੂੰ ਪਤਾ ਹੈ। ਉਹ ਸਰਦੀ ਦਾ ਮੌਸਮ ਹੈ, ਕੋਈ ਉਹਨਾਂ ਦੀ ਚੀਜ਼ ਖਰਾਬ ਹੋਣ ਵਾਲੀ ਨਹੀਂ, ਅਗਲੇ ਦਿਨ ਵੀ ਕੰਮ ਆ ਜਾਣੀ ਹੈ। ਇਸ ਲਈ ਉਹ ਸਾਰਾ ਬੰਦ ਹੈ ਜਿਹੜਾ ਸਾਡਾ ਸਵੇਰ ਤੋਂ ਸ਼ਾਮ ਤੱਕ ਹੈ। ਔਰ ਜਿਹੜਾ ਚੱਕਾ ਜਾਮ ਹੈ, ਸਵੇਰੇ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਹੈ? ਇਹਦੀ ਕੋਈ ਲਿਮਟ ਨਹੀਂ। ਅਸੀਂ ਤਾਂ ਇਹਨੂੰ ਐ ਸਮਝੋ ਵੀ 5 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਇਹ ਵੀ ਮੰਨਾਂਗੇ। ਮਤਲਬ ਇੰਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੈ। ਇਹਦੇ ਵਿੱਚ ਫਿਰ ਛੂਟ ਕਿੰਨਾ ਨੂੰ ਆ? ਛੂਟ ਇਹਨਾਂ ਦੇ ਵਿੱਚ ਦੂਜੀ ਗੱਲ ਜਿਹੜਾ ਟਰਾਂਸਪੋਰਟ ਦਾ ਚੱਕਾ ਜਾਮ ਹੈ ਸਿਰਫ 3 ਵਜੇ ਤੱਕ ਹੈ, ਤਾਂ ਕਿ ਲੋਕ 3 ਵਜੇ ਤੱਕ ਹੈ। ਉਹ ਲੋਕਾਂ ਨੂੰ ਸਰਦੀਆਂ ਦਾ ਮੌਸਮ ਹੈ, ਤਾਂ ਕਿ ਉਸ ਸਮੇਂ ਸਿਰ ਆਪਣੇ ਘਰਾਂ ਨੂੰ ਪਹੁੰਚ ਜਾਣ, ਆਪਣੇ ਵਹੀਕਲਾਂ ਤੇ ਜੋ ਵੀ ਹੈ। ਔਰ ਜਿੱਥੇ ਤੱਕ ਤੁਸੀਂ ਦੂਜਾ ਸਵਾਲ ਕੀਤਾ ਸੀ ਕਿ ਆਪਾਂ ਇਹ ਮੰਨ ਲਈਏ, ਹਾਂ, ਜਿੱਥੇ ਤੱਕ ਛੋਟ ਦੀ ਗੱਲ ਹੈ, ਉਹ ਐਂਬੂਲੈਂਸ ਵੀ ਇਹਦੇ ਵਿੱਚੋਂ ਛੋਟ ਹੈ, ਵਿਆਹ ਸ਼ਾਦੀਆਂ ਵੀ ਛੋਟ ਹੈ। ਜੇ ਕੋਈ ਭੋਗ ਇਸ ਤਰ੍ਹਾਂ ਕੋਈ ਹੁੰਦਾ, ਮੌਤ ਦਾ, ਡੈਥ ਦਾ ਕੋਈ ਇਹੋ ਜਿਹਾ ਕਾਰਨ ਬਣ ਜਾਂਦਾ ਐਮਰਜੈਂਸੀ, ਉਹਦੇ ਲਈ ਵੀ ਛੋਟ ਹੈ। ਇਕੱਲੀ ਛੋਟ ਨਹੀਂ, ਸਾਡੇ ਵਲੰਟੀਅਰਾਂ ਦੀ ਡਿਊਟੀ ਹੈ ਵੀ ਐਮਰਜੈਂਸੀ ਰਾਹ ਬਣਾ ਕੇ ਉਹਨਾਂ ਨੂੰ ਦੇਣ। ਤੇ ਤੀਜੀ ਗੱਲ ਵੀ ਇਹਦੇ ਵਿੱਚ ਇਹ ਵੀ ਸਾਡੀ ਅਪੀਲ ਹੈ ਵੀ ਕੋਈ ਵੀ ਬੰਦਾ ਇਹਦੇ ਵਿੱਚ ਸ਼ਾਂਤੀ ਰੱਖੀ ਜਾਵੇ। ਜੇ ਕੋਈ ਖਲਲ ਪਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਉਸੇ ਵਕਤ ਨਾਮਜ਼ਦ ਕੀਤਾ ਜਾਵੇ। ਇਹਦੇ ਵਿੱਚ ਰਿਸਕ ਬਹੁਤ ਵੱਡਾ ਆ। ਤੁਸੀਂ ਦੇਸ਼ ਪੱਧਰ ਦੀ ਜਿਹੜੀ ਆ ਕਾਲ ਬੰਦ ਦੀ ਦੇ ਰਹੇ ਹੋ, ਦੂਜੇ ਪਾਸੇ ਸਾਰੇ ਵੱਡੇ ਲੀਡਰ ਜਿਹੜੇ ਆ ਇਸ ਅੰਦੋਲਨ ਦੇ ਵਿੱਚ ਨੇ। ਜੇਕਰ ਕਿਤੇ ਚੱਕਾ ਜਾਮ ਕਰਦੇ ਹੋ ਜਾਂ ਕਿਤੇ ਵੱਡੇ ਪੁਆਇੰਟ ਦੇ ਉੱਪਰ, ਕੀ ਇਥੋਂ ਆਗੂ ਜਾਣਗੇ ਕਿ ਫਿਰ ਤੁਸੀਂ ਲੋਕਾਂ ਦੇ ਉੱਪਰ ਹੀ ਛੱਡਿਆ? ਦੇਖੋ, ਜਿੱਥੇ ਤੱਕ ਤਾਂ ਹੈਗਾ ਇਸ ਅੰਦੋਲਨ ਨੂੰ ਕਾਮਯਾਬ ਕਰਾਉਣ ਵਾਸਤੇ ਮੈਂ ਇੱਕ ਉਦਾਹਰਨ ਦਿੰਦਾ। ਦਿੱਲੀ ਦੀਆਂ ਜਿਹੜੀਆਂ ਟਰਾਂਸਪੋਰਟ ਕੰਪਨੀਆਂ ਨੇ, ਭਾਵੇਂ ਉਹ ਟੈਕਸੀਆਂ ਨੇ ਭਾਵੇਂ ਬੱਸਾਂ ਦੀ ਹੈ, ਆਲ ਇੰਡੀਆ ਟਰਾਂਸਪੋਰਟਰ ਐਸੋਸੀਏਸ਼ਨ ਜਿਹੜੀ, ਉਹਨੇ ਪੂਰੀਆਂ 90 ਲੱਖ ਬੱਸਾਂ ਤੇ 25 ਲੱਖ ਬੱਸਾਂ ਤੇ 90 ਲੱਖ ਟਰੱਕ ਟਰਾਂਸਪੋਰਟ ਹੈ ਜਿਹੜੀ ਉਸ ਦਿਨ ਸਾਰੀ ਬੰਦ ਹੋਊਗੀ। ਉਹਨਾਂ ਨੇ ਤਾਂ ਇਹ ਵੀ ਕਿਹਾ ਸੀ ਵੀ ਅਣਮਿੱਥੇ ਸਮੇਂ ਵੀ ਅਸੀਂ ਕਰ ਸਕਦੇ ਹਾਂ। ਇਸ ਲਈ ਲੋਕਾਂ ਦਾ ਸਾਨੂੰ ਮਤਲਬ ਬੇਮੁੱਲਾ ਜਿਹੜਾ ਹੈਗਾ ਸਮਰਥਨ ਮਿਲ ਰਿਹਾ ਹੈ। ਇਹੋ ਜਿਹੀ ਕੋਈ ਆਸ ਨਹੀਂ। ਜਿੱਥੇ ਤੱਕ ਤੁਸੀਂ ਕਹਿੰਦੇ ਹੋ ਵੀ ਅਸੀਂ ਅੰਦੋਲਨ 'ਚ ਪਿੱਛੇ ਕੁਛ ਹੋਵੇ, ਸਾਡੇ ਜਿੰਨਾ ਅਸੀਂ 3 ਮਹੀਨਿਆਂ ਤੋਂ, ਵੈਸੇ 6 ਮਹੀਨਿਆਂ ਤੋਂ 3 ਤਾਂ ਬਿਲਕੁਲ ਹੀ ਅਸੀਂ ਅੰਦੋਲਨ 'ਚ ਦਿਨ ਰਾਤ, ਸਾਡੇ ਕੋਲ ਵਰਕਰਾਂ ਦੀ ਕਮੀ ਨਹੀਂ। ਅਸੀਂ ਪਿੱਛੇ ਇੰਨੇ ਵਰਕਰ ਪੈਦਾ ਕਰ ਲਏ, ਉਹ ਸਾਰੇ ਸਾਡੇ ਤੋਂ ਵੀ ਵੱਡੇ ਆਗੂ ਨੇ ਪਿੱਛੇ ਕੰਟਰੋਲ ਕਰਨ ਵਾਸਤੇ। ਕਿਤੇ ਵੀ ਸ਼ਾਂਤੀਪੂਰਨ ਹੋਵੇ, ਇਹਦਾ ਸੰਦੇਸ਼ਾ ਪੰਜਾਬ ਨੇ ਸਾਰੇ ਹਿੰਦੁਸਤਾਨ ਨੂੰ ਦੇਤਾ, ਕਿਉਂਕਿ ਪਤਾ ਲੱਗਦਾ ਵੀ ਸ਼ਾਂਤੀ ਰੱਖੋਗੇ ਤਾਂ ਅੰਦੋਲਨ ਸਿਖਰ ਤੇ ਲਿਜਾ ਸਕਦੇ। ਇਹ 'ਚ ਇੱਕ ਗੱਲ ਸਮਝਣ ਵਾਲੀ ਹੈ ਕਿ ਆਪਣੀ ਜਿਹੜੀ ਲੜਾਈ ਹੈਗੀ ਆ, ਤੁਹਾਡੀ ਕਿਸਾਨਾਂ ਦੀ ਲੜਾਈ ਆ, ਉਹ ਬੀਜੇਪੀ ਸਰਕਾਰ ਦੇ ਨਾਲ ਆ। ਬਹੁਤ ਗਿਣਤੀ ਜਿਹੜੀ ਹੈ ਵੋਟ ਜਿਹੜੀ ਆ ਉਹ ਬੀਜੇਪੀ ਦੇ ਹੱਕ ਦੇ ਵਿੱਚ ਆ। ਬੀਜੇਪੀ ਦੀ ਬਹੁਮਤ ਦੇ ਵਿੱਚ ਸਰਕਾਰ ਆ। ਦੇਸ਼ ਭਰ ਦੇ ਵਿੱਚ ਬੀਜੇਪੀ ਦੀ ਸਰਕਾਰ ਜ਼ਿਆਦਾ ਸੂਬਿਆਂ ਦੇ ਵਿੱਚ ਹੈਗੀ ਆ। ਤਾਂ ਤੁਸੀਂ ਦੇਸ਼ ਭਰ ਨੂੰ ਜਿਹੜਾ ਵਾ ਬੰਦ ਦੀ ਕਾਲ ਦੇ ਰਹੇ ਹੋ। ਕਈ ਵਾਰੀ ਇਹ ਵੀ ਹੋ ਸਕਦਾ ਹੈ ਕਿ ਕਈ ਸੂਬਿਆਂ ਦੇ ਵਿੱਚ ਤੁਹਾਨੂੰ ਉਹ ਜਿਹਾ ਹੰਗਾਰਾ ਨਾ ਮਿਲੇ। ਦੇਖੋ, ਜਿੱਥੇ ਤੱਕ ਜਿਹੜਾ ਹੈਗਾ ਬੀਜੇਪੀ ਨੂੰ ਵੋਟ ਦਾ ਪਾਉਣ ਦਾ, ਬੀਜੇਪੀ ਨੂੰ ਜਿਤਾਉਣ ਵਾਸਤੇ ਕਿਸਾਨੀ ਦਾ ਬਹੁਤ ਵੱਡਾ ਰੋਲ ਹੈ। ਪਰ ਉਸ ਕਿਸਾਨੀ ਦੀ ਪਿੱਠ 'ਚ ਜਿਹੜਾ ਹੁਣ ਛੁਰਾ ਮਾਰਿਆ ਹੈ, ਸਾਰੇ ਦੇਸ਼ ਦੀ ਕਿਸਾਨੀ ਉਹ ਤੋਂ ਨਾਰਾਜ਼ ਹੈ। ਕੁਝ ਲੋਕ ਜਿਹੜੇ ਸਿਆਸੀ ਪੱਧਰ ਤੇ ਉਹ ਕਿਸਾਨ
9 ਦੇ ਕਿਸਾਨ ਹੋ ਸਕਦੇ ਨੇ ਉਹਦੇ ਪੱਖ 'ਚ, ਪਰ ਇਸ ਵਕਤ ਦੇਸ਼ ਦੀ ਕਿਸਾਨੀ ਸਾਰੇ ਹਿੰਦੁਸਤਾਨ ਦੇ ਵਿੱਚ ਉਹਦੇ ਖਿਲਾਫ ਹੈ। ਕੋਈ ਵਜ੍ਹਾ ਨਹੀਂ ਸਾਨੂੰ ਲੱਗਦੀ ਹੈਗੀ ਵੀ ਅਗਰ ਵੈਸੇ ਤਾਂ ਰੱਬ ਨਾ ਕਰੇ ਵੀ ਇਦਾਂ ਦੀ ਕੋਈ ਗੱਲ ਹੋਵੇ, ਅਣਹੋਣੀ ਹੋਵੇ 9 ਤਰੀਕ ਨੂੰ, ਜੇ ਕੋਈ ਹੋ ਜੇ ਤਾਂ ਤੁਹਾਡੇ ਤੇ ਬਲੇਮ ਆਉਣਾ, ਤੁਹਾਡੇ ਤੇ ਰਿਸਕ ਬਹੁਤ ਵੱਡਾ ਹੈਗਾ ਇਹ ਵਾਲਾ। ਨਹੀਂ, ਸਾਡੇ ਤੇ ਹੋਣ ਦੀ ਸਾਨੂੰ ਆਸ ਹੀ ਨਹੀਂ ਹੈਗੀ। ਜੇ ਕਿਤੇ ਕਰੂਗੀ ਉਹ ਨਾਮਜ਼ਦ ਹੋਊਗੀ ਸਰਕਾਰ, ਜਿਵੇਂ ਇੱਥੇ ਵੀ ਅਸੀਂ ਛੋਟੀਆਂ ਕਾਰਵਾਈਆਂ ਹੋਈਆਂ ਨੇ ਸਿੰਧੂ ਬਾਰਡਰ ਤੇ ਨਹੀਂ ਆਪਣਾ ਅਗਲਾ ਕੀ ਕੁੰਡਲੀ ਵਾਲੇ ਪਾਸੇ, ਹਰਿਆਣੇ ਵਾਲੇ ਪਾਸੇ ਇੱਕ ਦਿਨ 16 ਲੜਕੇ ਤੇ 2 ਲੜਕੀਆਂ ਆਈਆਂ ਤੇ ਉਹ ਸਾਡੇ ਬੰਦਿਆਂ ਨੇ ਫੜ ਕੇ ਪਰਚੇ ਦਰਜ ਕਰਾਏ। ਅਸੀਂ ਮੀਟਿੰਗ ਦੇ ਵਿੱਚ ਉਸੇ ਸਮੇਂ ਕਿਹਾ ਵੀ DDR ਨਹੀਂ FIR ਕੱਟੋ। ਹੁਣ ਉਸ ਤੋਂ ਬਾਅਦ ਥਾਣੇਦਾਰ ਕਹਿੰਦਾ ਜੀ ਇਹ ਤਾਂ ਫਲਾਣੇ ਅਫਸਰ ਦੇ ਬੰਦੇ ਤੇ, ਅਸੀਂ ਕਿਹਾ ਵੀ ਇਸ ਗੱਲ ਦੀ ਇਨਕੁਆਇਰੀ ਕਰਾਓ ਵੀ ਇਹਦੇ ਪਿੱਛੇ ਕੌਣ ਤਾਕਤਾਂ ਨੇ। ਜੇ ਕਿਤੇ ਇਹੋ ਜਿਹਾ ਕੰਮ ਹੋਇਆ ਤਾਂ ਉਹ ਸਰਕਾਰ ਦੁਆਰਾ ਕਰਾਇਆ ਜਾਊਗਾ। ਪਰ ਅਸੀਂ ਬੜੇ ਸੁਚੇਤ ਹਾਂ, ਪਿਛਲੇ ਐਵੇਂ ਨਹੀਂ 3 ਮਹੀਨੇ ਇਹ ਅੰਦੋਲਨ ਨੂੰ ਲੈ ਕੇ ਆਏ, ਬੜੇ ਸੁਚੇਤ ਹਾਂ। ਕੋਈ ਨੂੰ ਲੈ ਕੇ ਕੋਈ ਪ੍ਰਸ਼ਾਸਨ ਦੇ ਨਾਲ ਗੱਲਬਾਤ ਹੋ ਰਹੀ ਹੈ ਤੁਹਾਡੀ, ਤੁਹਾਨੂੰ ਉਹ ਮਨਜ਼ੂਰੀ ਦੇ ਰਹੇ ਆ ਕਿ ਜਾਂ ਫਿਰ ਉਹ ਕਿਸ ਤਰੀਕੇ ਉਹਨਾਂ ਦਾ ਹੈਗਾ ਤੁਹਾਡੇ ਨਾਲ? ਦੇਖੋ, ਉਹਨਾਂ ਨੇ ਜੋ ਕੱਲ ਮੰਤਰੀ ਜੀ ਨੇ ਕਿਹਾ ਵੀ ਕੱਲ ਨੂੰ ਮੈਂ ਆਪਣੇ ਅਫਸਰਾਂ ਨਾਲ, ਆਪਣੇ ਮੰਤਰੀ ਸਹਿਯੋਗੀਆਂ ਨਾਲ, ਆਪ ਤੋਂ ਵੱਡੇ ਜਿਹੜੇ ਸੀਨੀਅਰ ਸਾਡੇ ਮੇਰੇ ਕੁਲੀਗ ਨੇ ਉਹਨਾਂ ਨਾਲ, ਕਿਉਂਕਿ ਕੰਮ ਮੇਰੀ ਵੱਸੋਂ ਤੋਂ ਬਾਹਰ ਹੈ, ਮੇਰੇ ਕਰਨ ਤੋਂ ਵੱਡਾ ਹੈ, ਇਹਦੇ ਲਈ ਮੈਨੂੰ ਉਹਨਾਂ ਨਾਲ ਵਿਚਾਰ ਕਰਨਾ ਪੈਣਾ ਹੈ ਤੇ ਮੈਂ ਉਹਨਾਂ ਨਾਲ ਕੱਲ ਨੂੰ ਸਾਰਾ ਦਿਨ ਵਿਚਾਰ ਕਰਨਾ ਹੈ। ਪਲੀਜ਼ ਕੱਲ ਦਾ ਦਿਨ ਮੈਨੂੰ ਦਿੱਤਾ ਜਾਵੇ। ਅਸੀਂ 3 ਦਿਨ ਦਿੱਤੇ। ਔਰ ਦੂਸਰੀ ਗੱਲ ਉਹਨੂੰ ਇਹ ਵੀ ਕਹੀ ਉਹਨਾਂ ਨੇ ਵੀ ਅਸੀਂ ਕਿਹਾ ਵੀ ਤੁਸੀਂ 3 ਦਿਨ ਲਓ, ਤੁਸੀਂ ਹੁਣ ਮੁੜ ਕੇ ਇਹੋ ਜਿਹਾ ਨਾ ਹੋਵੇ ਵੀ ਆਪਾਂ ਬਾਰ-ਬਾਰ ਮੀਟਿੰਗਾਂ ਜਿਹੜੇ ਕਰਦੇ ਰਹੀਏ। ਇਹ ਮੀਟਿੰਗ ਲਾਸਟ ਹੀ ਹੋਣੀ ਚਾਹੀਦੀ ਹੈ। ਤੁਸੀਂ ਕੋਈ ਡਾਕੂਮੈਂਟ ਲੈ ਕੇ ਆਓ, ਕਹਿੰਦੇ ਬਿਲਕੁਲ ਲੈ ਕੇ ਆਓ, ਆਵਾਂਗੇ। ਅਸੀਂ ਕਿਹਾ ਸਾਨੂੰ ਵੀ ਦੇਣਾ ਹੈ, ਅਸੀਂ ਉਹ ਤੇ ਚਰਚਾ ਕਰਨੀ ਹੈ। ਇਹ ਸਾਰਾ ਕੁਝ ਉਹਨਾਂ ਨਾਲ ਕੱਲ ਤੁਹਾਡੇ ਕਿਸਾਨ ਜਥੇਬੰਦੀਆਂ ਤੋਂ ਵੀ, ਆਗੂਆਂ ਤੋਂ ਵੀ ਪੁੱਛਣਾ ਬਣਦਾ। ਤੁਸੀਂ ਤਾਂ ਕੱਲ ਕਹਿ ਕੇ ਗਏ ਸੀ ਕਿ ਅਸੀਂ ਹਾਂ ਤੇ ਜਾਂ ਨਾ ਦੇ ਵਿੱਚ ਪੁੱਛਣਾ, ਤਾਂ ਫਿਰ 6-7 ਘੰਟੇ ਮੀਟਿੰਗ ਚੱਲੀ ਕੱਲ। ਦੇਖੋ 3 ਘੰਟੇ ਮੀਟਿੰਗ ਹੈ ਜਿਹੜੀ ਬੇਮਹਿਨਾ ਚੱਲੀ ਹੈ। ਉਹ ਅਸੀਂ ਕਹਾਂਗੇ ਵੀ ਤੁਸੀਂ ਦੱਸੋ, ਉਹ ਕਹਿੰਦੇ ਤੁਸੀਂ ਦੱਸੋ। ਅਸੀਂ ਕਿਹਾ ਤੁਹਾਨੂੰ ਕਿੰਨੇ ਵਾਰੀ ਦੱਸਾਂਗੇ, ਤੁਸੀਂ ਇੱਕ ਵਾਰੀ ਵੀ ਨਹੀਂ ਦੱਸਿਆ। ਉਹ ਇੱਥੇ ਆ ਕੇ ਉਹ ਜਦੋਂ ਇਸੇ ਰੱਸਾਕਸੀ 'ਚ ਰਹੇ ਤਾਂ ਅਸੀਂ ਇੱਕ ਸਾਰਿਆਂ ਨੇ ਮੀਟਿੰਗ ਉੱਥੇ ਬੈਠ ਕੇ ਅੰਡਰਸਟੈਂਡਿੰਗ ਕਰਕੇ, ਮੀਟਿੰਗ ਦਾ ਮਤਲਬ ਇੱਕ ਦੂਜੇ ਨਾਲ ਮਾੜੀ ਉਹ ਕਰਕੇ ਅਸੀਂ ਕਰ ਲਿਆ ਵੀ ਹੁਣ ਸਰਕਾਰ ਨਾਲ ਅਸੀਂ ਕੋਈ ਗੱਲ ਕਹਿਣੀ ਨਹੀਂ। ਉਹ ਜੋ ਸੁਣਦਾ ਹੈ, ਜੋ ਉਹ ਕਹਿੰਦਾ ਉਹਦੀ ਸੁਣਨੀ ਹੈ। ਅਸੀਂ ਚੁੱਪ ਕਰਕੇ 1 ਘੰਟਾ ਉਹਨਾਂ ਦੀ ਗੱਲ ਸੁਣੀ। ਉਹ ਮਗਰੋਂ ਮੰਤਰੀ ਜੀ ਕਹਿੰਦੇ ਤੁਸੀਂ ਤਾਂ ਮੌਨ ਧਾਰ ਲਿਆ, ਤੁਸੀਂ ਕਹਿੰਦਾ ਬਾਹਰ ਤਾਂ ਅੰਦੋਲਨ ਤੇ ਹੈਗੇ ਸੀਗੇ, ਤੁਸੀਂ ਤਾਂ ਅੰਦੋਲਨ ਵਿਗਿਆਨ ਭਵਨ ਦੇ ਵਿੱਚ ਵੀ ਸ਼ੁਰੂ ਕਰ ਲਿਆ। ਜੀ ਅਸੀਂ ਮੰਨ ਲਈਏ ਕਿ 9 ਤਰੀਕ ਜਿਹੜੀ ਮੀਟਿੰਗ ਹੈਗੀ ਆ, ਉਹ ਪਹਿਲਾਂ ਤੇ ਇਹ ਦੱਸੋ, ਕਲੀਅਰ ਕਰੋ, ਤੁਸੀਂ ਜਾ ਰਹੇ ਹੋ ਉਹਦੇ ਵਿੱਚ? ਹਾਂਜੀ, ਮੈਂ ਮੀਟਿੰਗ ਜਾਵਾਂਗੇ ਤਾਂ ਅਸੀਂ ਮੰਨ ਕੇ ਆਏ ਹਾਂ। ਮੀਟਿੰਗ ਦੇ ਵਿੱਚ ਤੁਸੀਂ ਜਾਓਗੇ, ਇਹ ਦੱਸੋ ਵੀ ਮੀਟਿੰਗ ਆਖਰੀ ਹੋ ਸਕਦੀ ਹੈ ਉਹ ਵਾਲੀ? ਦੇਖੋ, ਮੈਂ ਨਹੀਂ ਮੰਨਦਾ ਵੀ ਆਖਰੀ ਹੋ ਸਕਦੀ ਹੈ। ਅਜੇ ਆਖਰੀ ਨਹੀਂ ਹੋ ਸਕਦੀ, ਮੀਟਿੰਗਾਂ ਹੋਣੀਆਂ। ਕਾਰਨ ਕੀ ਹੈ? ਇਹ ਵੱਡੇ 3 ਕਾਨੂੰਨਾਂ ਨੂੰ ਵਾਪਸ ਕਰਾਉਣ ਦੇ ਮਸਲੇ ਨੇ। MSP ਇੱਕ ਵੱਡਾ ਸਵਾਲ ਹੈ ਦੇਸ਼ ਦੇ ਵਿੱਚ, ਜਿਹਦੇ ਕਿਸਾਨ ਦੇ ਨਾਲ ਜਿੰਦ ਜਾਨ ਨਾਲ ਬਣਿਆ ਹੋਇਆ ਹੈ। ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ, C2 ਫਾਰਮੂਲਾ ਉਹਦੇ ਨਾਲ ਬਣਿਆ ਹੋਇਆ ਹੈ। ਫਿਰ ਕੱਲਾ MSP ਨਾਲ ਨਹੀਂ ਗੱਲ ਬਣਦੀ, ਉਹਦੇ ਤੇ ਖਰੀਦ ਪ੍ਰੋਕਿਉਰਮੈਂਟ ਕਰਨ ਦੀ ਗਰੰਟੀ ਦਾ ਜਿਹੜਾ ਹੈ, ਜੇ ਉਹ ਨਹੀਂ ਹੁੰਦੀ ਤਾਂ ਉਹਦਾ ਡਿਫਰੈਂਸ ਦੇਣ ਦੀ ਗੱਲ ਹੈ। ਉਹ ਸਾਰੇ ਨੂੰ ਕਾਨੂੰਨੀ ਅਧਿਕਾਰ 'ਚ ਲੈਣ ਵਾਸਤੇ ਇੱਕ ਮੀਟਿੰਗ ਮੈਂ ਨਹੀਂ ਮੰਨਦਾ। ਕੋਈ ਉਹੀ ਕਹਿਣ ਨੂੰ ਹੈ ਤੁਹਾਡੇ ਵਾਸਤੇ ਅਸੀਂ ਕਹੀ ਜਾਈਏ, ਇੱਕ ਮੀਟਿੰਗ ਹੋਰ ਵੀ ਹੋ ਸਕਦੀ ਹੈ। ਪਰ ਹਾਂ, ਰਸਤਾ ਅੱਗੇ ਵਧੂਗਾ ਤਾਂ ਥੋੜਾ ਇੱਕ ਸਟੈਪ ਸਰਕਾਰ ਸਾਡੇ ਵੱਲ ਆਊਗੀ ਤਾਂ। ਜੇ ਨਹੀਂ ਆਉਂਦੀ ਫਿਰ ਨਹੀਂ, ਉਹ ਵੀ ਵਿਚਾਲੇ ਰਹਿ ਸਕਦੀ ਹੈ। ਧੰਨਵਾਦ। ਸੋ ਇਹ ਨੇ ਬਲਦੇਵ ਸਿੰਘ ਨਿਹਾਲਗੜ੍ਹ। ਤਾਂ ਆਗੂ ਹੋਰ ਹੈਗੇ ਨੇ। ਸਤਨਾਮ ਸਿੰਘ ਜੀ, ਇਹ ਗੱਲ ਦੱਸੋ ਕਿ 9 ਤਰੀਕ ਨੂੰ ਲੈ ਕੇ ਤਿਆਰੀਆਂ ਮੁਕੰਮਲ ਨੇ, ਕਿਉਂਕਿ ਬੜਾ ਵੱਡਾ ਰਿਸਕ ਲੈਣ ਲੱਗੇ ਹੋ ਤੁਸੀਂ? ਹਾਂ, ਸਾਡੀਆਂ ਤਿਆਰੀਆਂ ਮੁਕੰਮਲ ਹੈ ਜੀ, ਕਿਉਂਕਿ ਅਸੀਂ ਅੱਜ 2 ਮੀਟਿੰਗਾਂ ਕੀਤੀਆਂ। ਪਹਿਲਾਂ ਪੰਜਾਬ ਯੂਨਿਟ ਦੀ ਕੀਤੀ ਆ, ਜਿਹੜੀਆਂ 30 ਆਰਗੇਨਾਈਜੇਸ਼ਨ ਨੇ। ਉਸਕੇ ਬਾਅਦ ਆਲ ਇੰਡੀਆ ਕੀ ਸਾਰੀਆਂ ਹੀ ਕੀਤੀਆਂ ਨੇ। ਉਹਦੇ ਵਿੱਚ ਅਸੀਂ ਕਿਹਾ ਵਾ ਵੀ ਸਵੇਰ ਤੋਂ ਲੈ ਕੇ ਸ਼ਾਮ ਦੇ 3 ਵਜੇ ਤੱਕ ਐਮਰਜੈਂਸੀ ਸਰਵਿਸਿਜ਼ ਨੂੰ ਛੱਡ ਕੇ ਦੁੱਧ, ਫਲ ਹੋਊਗਾ। ਉਹਦੇ ਸਿਰਫ ਐਮਰਜੈਂਸੀ ਐਂਬੂਲੈਂਸ ਵਗੈਰਾ, ਵਿਆਹ ਸ਼ਾਦੀ ਹੋਏਗਾ, ਬਾਕੀ ਕੋਈ ਨਹੀਂ ਬਿਮਾਰ ਸ਼ਮਾਰ ਆ। ਸੋ ਇਹਦੇ ਉੱਤੇ ਅਸੀਂ ਐਤਕੀ ਨਵਾਂ ਫਾਰਮੂਲਾ ਲਿਆ ਵਾ ਵੀ ਅਸੀਂ ਵੇਖਿਆ ਵੀ ਕਈ ਵਾਰ ਜਦੋਂ ਰੇਲਾਂ ਜਾਮ ਸੀ ਨਾ, 2 ਬੰਦੇ ਰੇਲ ਜਾਮ ਕਰ ਦਿੰਦੇ ਸੀ। ਇਹਦੇ 'ਚ ਅਸੀਂ ਕਿਹਾ ਵੀ ਪਾਰਟੀਸਪੇਸ਼ਨ ਵੱਧ ਕਰੋ, ਕਿਉਂਕਿ ਫਿਜ਼ਿਕਸ ਦਾ ਰੂਲ ਆ ਵੀ ਮਾਸ ਇਨਟੂ ਐਕਸਲਰੇਸ਼ਨ ਇਜ਼ ਇਕੁਅਲ ਟੂ ਗੁੱਡ ਰਿਜ਼ਲਟ। ਸੋ ਜਿੰਨੇ ਜ਼ਿਆਦਾ ਲੋਕ ਪਾਰਟੀਸਪੇਟ ਕਰਨ, ਇੱਥੇ ਜਿੰਨੀ ਪਾਰਟੀਸਪੇਸ਼ਨ ਹੈ ਉਹ ਅਸੀਂ ਤੁਹਾਨੂੰ ਨਹੀਂ ਬਤਾਉਣਾ ਚਾਹੁੰਦੇ ਕਿੰਨੀ ਆ। ਜਿੱਦਣ ਇਹ 10 ਲੱਖ ਤੇ ਪਹੁੰਚ ਗਈ, ਆਟੋਮੈਟਿਕਲੀ ਰਿਜ਼ਲਟ ਆ ਜਾਏਗਾ। ਅਸੀਂ ਲੋਕਾਂ ਨੂੰ ਕਹਿ ਦਿੱਤਾ ਵੱਡੀ ਗਿਣਤੀ 'ਚ ਆਓ। ਅੱਜ ਤੁਸੀਂ ਵੇਖੋ ਭਲਵਾਨ ਕਰਤਾਰ ਸਿੰਘ ਬੜਾ ਇੰਟਰਨੈਸ਼ਨਲ ਹੈਗਾ, ਉਨਕੇ ਸਾਥ ਅਜੀਤ ਸਿੰਘ, ਸਾਰੇ ਲੋਕ ਜਿਹੜੇ ਆ ਤੁਹਾਡੇ ਸਮਰਥਨ ਦੇ ਵਿੱਚ ਆ ਰਹੇ ਆ ਜੀ। ਦੇ ਆਰ ਗੋਇੰਗ, ਨਹੀਂ ਇੱਥੇ ਆਏ, ਖੁਦ ਆਏ। ਮੈਂ ਉਹੀ ਕਹਿ ਰਿਹਾ, ਮੈਂ ਇੱਥੇ ਆਏ ਨੇ। ਬੋਲੇ ਸੀ ਉਹ ਰਾਸ਼ਟਰਪਤੀ ਨੂੰ ਕੱਲ ਆਪਣੇ ਅਵਾਰਡ ਦੇਣ ਜਾ ਰਹੇ। ਛੋਟੀ ਗੱਲ ਨਹੀਂ ਹੈ,
ਤਾਂ ਇੱਕ ਵੱਡੀ ਗੱਲ ਇਹ ਹੈ ਕਿ 9 ਤਰੀਕ ਦੇ ਜਿਹੜੀ ਭਾਰਤ ਬੰਦ ਦੀ ਕਾਲ ਹੈਗੀ ਆ ਉਸ ਨੂੰ ਲੈ ਕੇ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ। ਮੋਟਾ-ਮੋਟਾ ਤੁਹਾਨੂੰ ਦੱਸ ਦਿਆਂ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਭ ਕੁਝ ਬੰਦ ਰਹੇਗਾ। ਜੇਕਰ ਤੁਸੀਂ ਵਿਆਹ ਸ਼ਾਦੀ ਜਾਂ ਭੋਗ ਪਾਠ ਦੇ ਉੱਪਰ ਜਾਣਾ ਹੈ ਤੇ ਉਹਦੇ ਲਈ ਤੁਹਾਡੇ ਲਈ ਰਾਹ ਖੁੱਲੇ ਰਹਿਣਗੇ, ਐਂਬੂਲੈਂਸ ਦੇ ਲਈ ਰਾਹ ਖੁੱਲੇ ਰਹਿਣਗੇ। ਆਮ ਲੋਕਾਂ ਦੇ ਲਈ 3 ਵਜੇ ਤੱਕ ਚੱਕਾ ਜਾਮ ਰਹੇਗਾ ਮੁਕੰਮਲ ਤੌਰ ਦੇ ਉੱਪਰ, ਉੱਥੇ ਕਿਸੇ ਨੂੰ ਵੀ ਲੰਘਣ ਨਹੀਂ ਦਿੱਤਾ ਜਾਊਗਾ। ਅਤੇ ਭਾਰਤ ਬੰਦ ਦੀ ਕਾਲ ਜਿਹੜੀ 9 ਤਰੀਕ ਨੂੰ ਦਿੱਤੀ ਗਈ ਹੈ, ਦੇਖਦੇ ਆ ਕਿ ਦੇਸ਼ ਭਰ ਦੇ ਵਿੱਚ ਉਹਨੂੰ ਕਿਹੋ ਜਿਹਾ ਹੰਗਾਰਾ ਮਿਲਦਾ ਹੈ। ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਸਿੰਘੂ ਬਾਰਡਰ। ਜਥੇਬੰਦੀਆਂ ਦੇ ਵੱਲੋਂ ਇੱਕ ਵੱਡਾ ਫੈਸਲਾ ਕੀਤਾ ਗਿਆ ਹੈ। 8 ਤਰੀਕ ਨੂੰ ਭਾਰਤ ਬੰਦ ਦੀ ਕਾਲ ਦਿੱਤੀ ਗਈ ਹੈ। 8 ਤਰੀਕ ਨੂੰ ਕਦੋਂ ਅਤੇ ਕਿੰਨੇ ਵਜੇ ਭਾਰਤ ਬੰਦ ਹੋਵੇਗਾ, ਕਿਹੜੀਆਂ-ਕਿਹੜੀਆਂ ਚੀਜ਼ਾਂ ਖੁੱਲੀਆਂ ਰਹਿਣਗੀਆਂ, ਮੇਰੇ ਨਾਲ ਗੱਲਬਾਤ ਕਰਨ ਲਈ ਬਲਦੇਵ ਸਿੰਘ ਨਿਹਾਲਗੜ੍ਹ ਨੇ। ਬਲਦੇਵ ਜੀ, ਸਭ ਤੋਂ ਪਹਿਲਾਂ ਇਹ ਦੱਸ ਦਿਓ ਕਿ ਜਦੋਂ ਭਾਰਤ ਬੰਦ ਹੈ, ਕਿੰਨੇ ਵਜੇ ਤੋਂ ਭਾਰਤ ਬੰਦ ਹੋਊਗਾ, ਕਿਹੜੀਆਂ-ਕਿਹੜੀਆਂ ਚੀਜ਼ਾਂ ਖੁੱਲੀਆਂ ਰਹਿਣਗੀਆਂ, ਸਾਰੀ ਡਿਟੇਲ ਦੇ ਵਿੱਚ ਜਾਣਕਾਰੀ ਦੇ ਦਿਓ। ਮੈਂ ਬਲਦੇਵ ਸਿੰਘ ਨਿਹਾਲਗੜ੍ਹ, ਜਨਰਲ ਸਕੱਤਰ ਪੰਜਾਬ ਕੁੱਲ ਹਿੰਦ ਕਿਸਾਨ ਸਭਾ। ਤੇ ਜਿੱਥੇ ਤੱਕ ਆਪਨੇ ਬੰਦ ਦੀ ਗੱਲ ਕੀਤੀ ਹੈ, ਕਿਉਂਕਿ ਬੰਦ ਹੈ ਜਿਹੜਾ ਸਾਡੇ ਲਈ ਬਹੁਤ ਮਹੱਤਵਪੂਰਨ ਹੈ। ਇਸ ਬੰਦ ਦੇ ਦੌਰਾਨ ਜੇਕਰ ਕਿਸੇ ਤਰ੍ਹਾਂ ਵੀ ਕੋਈ ਚੂਕ ਹੋ ਜਾਂਦੀ ਹੈ ਤਾਂ ਸਾਡੇ ਲਈ ਬੜੀ मतलब मुसीबत हो सकती है। इसलिए हम 2-3 बातों हम चैलेंज है। एक तो इसको अमन अमान से शांतिपूर्वक इसको सफल बनाना, और दूसरे इसकी इस सारे हिंदुस्तान में पूरी तरह से बंद होना, ताकि इस सरकार को पता लग जाए कि अब भारत है जो मेरे पूरी तरह खिलाफ है। जो आज पीएम हाउस में है वो वापस उनको पता लगे कि पीएम हाउस से मैं वापस रेलवे स्टेशन पर चाय बेचने भी जा सकता हूँ। ऐसी स्थिति भी आ सकती है। ਜੇ ਆਪਾਂ ਪੰਜਾਬੀ ਚ ਗੱਲ ਕਰਦੇ ਆ ਕਿ ਇਹ ਦੱਸੋ ਕਿ ਕੋਈ ਗੱਲ ਨਹੀਂ, ਹੁਣ ਨੈਸ਼ਨਲ ਦਾ ਤੁਹਾਨੂੰ ਵੀ ਭੁਲੇਖਾ ਪੈਂਦਾ ਵਾਰ-ਵਾਰ, ਪਰ ਇਹ ਹੈ ਕਿ ਇਹ ਦੱਸੋ ਵੀ ਕਿਹੜੀਆਂ-ਕਿਹੜੀਆਂ ਚੀਜ਼ਾਂ ਜਿਹੜੀਆਂ ਖੁੱਲੀਆਂ ਰਹਿਣਗੀਆਂ ਅਤੇ ਕਿੰਨੇ ਵਜੇ ਬੰਦ ਹੋਊਗਾ। ਦੇਖੋ, ਅਸੀਂ ਫੈਸਲਾ ਅੱਜ ਹੀ ਲਿਆ। ਇਹ ਪਰਸੋਂ ਤਾਂ ਐਲਾਨ ਹੀ ਕੀਤਾ ਸੀ ਬੰਦ ਦਾ। ਅੱਜ ਇਹ ਫੈਸਲਾ ਲਿਆ ਵੀ ਇਹਨੂੰ ਕਿਵੇਂ ਜਾਏ। ਅਸੀਂ ਚਾਹੁੰਦੇ ਹਾਂ ਕਿ ਕੋਈ ਵੀ ਸਵੇਰ ਦਾ ਦੁੱਧ ਜਾਂ ਸਬਜ਼ੀਆਂ ਉਹ ਬਾਜ਼ਾਰ ਵਿੱਚ ਨਾ ਜਾਣ, ਔਰ ਉਹਨਾਂ ਸਾਥੀਆਂ ਨੂੰ ਕਹਿਤਾ ਵੀ ਇੱਕ ਦਿਨ ਬਾਅਦ ਚਲੇ ਜਾਣਗੇ, ਕਿਉਂਕਿ ਸਾਰੇ ਸਾਡੇ ਨਾਲ ਨੇ ਦੋਜੀ ਵੀਰ ਤੇ ਹੋਰ ਜਿੰਨੇ ਵੀ ਕਿਸਾਨ ਵੀਰ ਨੇ ਜਿਹੜੇ ਕਾਰੋਬਾਰ 'ਚ ਲੱਗੇ ਹੋਏ ਨੇ, ਫਲਾਂ ਸਬਜ਼ੀਆਂ ਤੇ ਮੱਝਾਂ ਦੇ ਕਾਰੋਬਾਰ 'ਚ, ਗਾਈਆਂ ਦੇ, ਉਹ ਸਾਰਿਆਂ ਨੂੰ ਪਤਾ ਹੈ। ਉਹ ਸਰਦੀ ਦਾ ਮੌਸਮ ਹੈ, ਕੋਈ ਉਹਨਾਂ ਦੀ ਚੀਜ਼ ਖਰਾਬ ਹੋਣ ਵਾਲੀ ਨਹੀਂ, ਅਗਲੇ ਦਿਨ ਵੀ ਕੰਮ ਆ ਜਾਣੀ ਹੈ। ਇਸ ਲਈ ਉਹ ਸਾਰਾ ਬੰਦ ਹੈ ਜਿਹੜਾ ਸਾਡਾ ਸਵੇਰ ਤੋਂ ਸ਼ਾਮ ਤੱਕ ਹੈ। ਔਰ ਜਿਹੜਾ ਚੱਕਾ ਜਾਮ ਹੈ, ਸਵੇਰੇ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਹੈ? ਇਹਦੀ ਕੋਈ ਲਿਮਟ ਨਹੀਂ। ਅਸੀਂ ਤਾਂ ਇਹਨੂੰ ਐ ਸਮਝੋ ਵੀ 5 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ, ਇਹ ਵੀ ਮੰਨਾਂਗੇ। ਮਤਲਬ ਇੰਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੈ। ਇਹਦੇ ਵਿੱਚ ਫਿਰ ਛੂਟ ਕਿੰਨਾ ਨੂੰ ਆ? ਛੂਟ ਇਹਨਾਂ ਦੇ ਵਿੱਚ ਦੂਜੀ ਗੱਲ ਜਿਹੜਾ ਟਰਾਂਸਪੋਰਟ ਦਾ ਚੱਕਾ ਜਾਮ ਹੈ ਸਿਰਫ 3 ਵਜੇ ਤੱਕ ਹੈ, ਤਾਂ ਕਿ ਲੋਕ 3 ਵਜੇ ਤੱਕ ਹੈ। ਉਹ ਲੋਕਾਂ ਨੂੰ ਸਰਦੀਆਂ ਦਾ ਮੌਸਮ ਹੈ, ਤਾਂ ਕਿ ਉਸ ਸਮੇਂ ਸਿਰ ਆਪਣੇ ਘਰਾਂ ਨੂੰ ਪਹੁੰਚ ਜਾਣ, ਆਪਣੇ ਵਹੀਕਲਾਂ ਤੇ ਜੋ ਵੀ ਹੈ। ਔਰ ਜਿੱਥੇ ਤੱਕ ਤੁਸੀਂ ਦੂਜਾ ਸਵਾਲ ਕੀਤਾ ਸੀ ਕਿ ਆਪਾਂ ਇਹ ਮੰਨ ਲਈਏ, ਹਾਂ, ਜਿੱਥੇ ਤੱਕ ਛੋਟ ਦੀ ਗੱਲ ਹੈ, ਉਹ ਐਂਬੂਲੈਂਸ ਵੀ ਇਹਦੇ ਵਿੱਚੋਂ ਛੋਟ ਹੈ, ਵਿਆਹ ਸ਼ਾਦੀਆਂ ਵੀ ਛੋਟ ਹੈ। ਜੇ ਕੋਈ ਭੋਗ ਇਸ ਤਰ੍ਹਾਂ ਕੋਈ ਹੁੰਦਾ, ਮੌਤ ਦਾ, ਡੈਥ ਦਾ ਕੋਈ ਇਹੋ ਜਿਹਾ ਕਾਰਨ ਬਣ ਜਾਂਦਾ ਐਮਰਜੈਂਸੀ, ਉਹਦੇ ਲਈ ਵੀ ਛੋਟ ਹੈ। ਇਕੱਲੀ ਛੋਟ ਨਹੀਂ, ਸਾਡੇ ਵਲੰਟੀਅਰਾਂ ਦੀ ਡਿਊਟੀ ਹੈ ਵੀ ਐਮਰਜੈਂਸੀ ਰਾਹ ਬਣਾ ਕੇ ਉਹਨਾਂ ਨੂੰ ਦੇਣ। ਤੇ ਤੀਜੀ ਗੱਲ ਵੀ ਇਹਦੇ ਵਿੱਚ ਇਹ ਵੀ ਸਾਡੀ ਅਪੀਲ ਹੈ ਵੀ ਕੋਈ ਵੀ ਬੰਦਾ ਇਹਦੇ ਵਿੱਚ ਸ਼ਾਂਤੀ ਰੱਖੀ ਜਾਵੇ। ਜੇ ਕੋਈ ਖਰੜ ਪਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਉਸੇ ਵਕਤ ਨਾਮਜ਼ਦ ਕੀਤਾ ਜਾਵੇ। ਇਹਦੇ ਵਿੱਚ ਰਿਸਕ ਬਹੁਤ ਵੱਡਾ ਆ। ਤੁਸੀਂ ਦੇਸ਼ ਪੱਧਰ ਦੀ ਜਿਹੜੀ ਆ ਕਾਲ ਬੰਦ ਦੀ ਦੇ ਰਹੇ ਹੋ, ਦੂਜੇ ਪਾਸੇ ਸਾਰੇ ਵੱਡੇ ਲੀਡਰ ਜਿਹੜੇ ਆ ਇਸ ਅੰਦੋਲਨ ਦੇ ਵਿੱਚ ਨੇ। ਜੇਕਰ ਕਿਤੇ ਚੱਕਾ ਜਾਮ ਕਰਦੇ ਹੋ ਜਾਂ ਕਿਤੇ ਵੱਡੇ ਪੁਆਇੰਟ ਦੇ ਉੱਪਰ, ਕੀ ਇਥੋਂ ਆਗੂ ਜਾਣਗੇ ਕਿ ਫਿਰ ਤੁਸੀਂ ਲੋਕਾਂ ਦੇ ਉੱਪਰ ਹੀ ਛੱਡਿਆ? ਦੇਖੋ, ਜਿੱਥੇ ਤੱਕ ਤਾਂ ਹੈਗਾ ਇਸ ਅੰਦੋਲਨ ਨੂੰ ਕਾਮਯਾਬ ਕਰਾਉਣ ਵਾਸਤੇ ਮੈਂ ਇੱਕ ਉਦਾਹਰਨ ਦਿੰਦਾ। ਦਿੱਲੀ ਦੀਆਂ ਜਿਹੜੀਆਂ ਟਰਾਂਸਪੋਰਟ ਕੰਪਨੀਆਂ ਨੇ, ਭਾਵੇਂ ਉਹ ਟੈਕਸੀਆਂ ਨੇ ਭਾਵੇਂ ਬੱਸਾਂ ਦੀ ਹੈ, ਆਲ ਇੰਡੀਆ ਟਰਾਂਸਪੋਰਟਰ ਐਸੋਸੀਏਸ਼ਨ ਜਿਹੜੀ, ਉਹਨੇ ਪੂਰੀਆਂ 90 ਲੱਖ ਬੱਸਾਂ ਤੇ 25 ਲੱਖ ਬੱਸਾਂ ਤੇ 90 ਲੱਖ ਟਰੱਕ ਟਰਾਂਸਪੋਰਟ ਹੈ ਜਿਹੜੀ ਉਸ ਦਿਨ ਸਾਰੀ ਬੰਦ ਹੋਊਗੀ। ਉਹਨਾਂ ਨੇ ਤਾਂ ਇਹ ਵੀ ਕਿਹਾ ਸੀ ਵੀ ਅਣਮਿੱਥੇ ਸਮੇਂ ਵੀ ਅਸੀਂ ਕਰ ਸਕਦੇ ਹਾਂ। ਇਸ ਲਈ ਲੋਕਾਂ ਦਾ ਸਾਨੂੰ ਮਤਲਬ ਬੇਮੁੱਲਾ ਜਿਹੜਾ ਹੈਗਾ ਸਮਰਥਨ ਮਿਲ ਰਿਹਾ ਹੈ। ਇਹੋ ਜਿਹੀ ਕੋਈ ਆਸ ਨਹੀਂ। ਜਿੱਥੇ ਤੱਕ ਤੁਸੀਂ ਕਹਿੰਦੇ ਹੋ ਵੀ ਅਸੀਂ ਅੰਦੋਲਨ 'ਚ ਪਿੱਛੇ ਕੁਛ ਹੋਵੇ, ਸਾਡੇ ਜਿੰਨਾ ਅਸੀਂ 3 ਮਹੀਨਿਆਂ ਤੋਂ, ਵੈਸੇ 6 ਮਹੀਨਿਆਂ ਤੋਂ 3 ਤਾਂ ਬਿਲਕੁਲ ਹੀ ਅਸੀਂ ਅੰਦੋਲਨ 'ਚ ਦਿਨ ਰਾਤ, ਸਾਡੇ ਕੋਲ ਵਰਕਰਾਂ ਦੀ ਕਮੀ ਨਹੀਂ। ਅਸੀਂ ਪਿੱਛੇ ਇੰਨੇ ਵਰਕਰ ਪੈਦਾ ਕਰ ਲਏ, ਉਹ ਸਾਰੇ ਸਾਡੇ ਤੋਂ ਵੀ ਵੱਡੇ ਆਗੂ ਨੇ ਪਿੱਛੇ ਕੰਟਰੋਲ ਕਰਨ ਵਾਸਤੇ। ਕਿਤੇ ਵੀ ਸ਼ਾਂਤੀਪੂਰਨ ਹੋਵੇ, ਇਹਦਾ ਸੰਦੇਸ਼ਾ ਪੰਜਾਬ ਨੇ ਸਾਰੇ ਹਿੰਦੁਸਤਾਨ ਨੂੰ ਦੇਤਾ, ਕਿਉਂਕਿ ਪਤਾ ਲੱਗਦਾ ਵੀ ਜੇ ਸ਼ਾਂਤੀ ਰੱਖੋਗੇ ਤਾਂ ਅੰਦੋਲਨ ਸਿਖਰ ਤੇ ਲਿਜਾ ਸਕਦੇ। ਇਹ 'ਚ ਇੱਕ ਗੱਲ ਸਮਝਣ ਵਾਲੀ ਹੈ ਕਿ ਆਪਣੀ ਜਿਹੜੀ ਲੜਾਈ ਹੈਗੀ ਆ, ਤੁਹਾਡੀ ਕਿਸਾਨਾਂ ਦੀ ਲੜਾਈ ਆ, ਉਹ ਬੀਜੇਪੀ ਸਰਕਾਰ ਦੇ ਨਾਲ ਆ।
ਬਹੁਤ ਗਿਣਤੀ ਜਿਹੜੀ ਹੈ ਵੋਟ ਜਿਹੜੀ ਆ ਉਹ ਬੀਜੇਪੀ ਦੇ ਹੱਕ ਦੇ ਵਿੱਚ ਆ, ਬੀਜੇਪੀ ਦੀ ਬਹੁਮਤ ਦੇ ਵਿੱਚ ਸਰਕਾਰ ਆ। ਦੇਸ਼ ਭਰ ਦੇ ਵਿੱਚ ਬੀਜੇਪੀ ਦੀ ਸਰਕਾਰ ਜ਼ਿਆਦਾ ਸੂਬਿਆਂ ਦੇ ਵਿੱਚ ਹੈਗੀ ਆ, ਤਾਂ ਤੁਸੀਂ ਦੇਸ਼ ਭਰ ਨੂੰ ਜਿਹੜਾ ਵਾ ਬੰਦ ਦੀ ਕਾਲ ਦੇ ਰਹੇ ਹੋ। ਕਈ ਵਾਰੀ ਇਹ ਵੀ ਹੋ ਸਕਦਾ ਹੈ ਕਿ ਕਈ ਸੂਬਿਆਂ ਦੇ ਵਿੱਚ ਤੁਹਾਨੂੰ ਉਹ ਜਿਹਾ ਹੰਗਾਰਾ ਨਾ ਮਿਲੇ। ਦੇਖੋ, ਜਿੱਥੇ ਤੱਕ ਜਿਹੜਾ ਹੈਗਾ ਬੀਜੇਪੀ ਨੂੰ ਵੋਟ ਦਾ ਪਾਉਣ ਦਾ, ਬੀਜੇਪੀ ਨੂੰ ਜਿਤਾਉਣ ਵਾਸਤੇ ਕਿਸਾਨੀ ਦਾ ਬਹੁਤ ਵੱਡਾ ਰੋਲ ਹੈ, ਪਰ ਉਸ ਕਿਸਾਨੀ ਦੀ ਪਿੱਠ 'ਚ ਜਿਹੜਾ ਹੁਣ ਛੁਰਾ ਮਾਰਿਆ ਹੈ, ਸਾਰੇ ਦੇਸ਼ ਦੀ ਕਿਸਾਨੀ ਉਹ ਤੋਂ ਨਾਰਾਜ਼ ਹੈ। ਕੁਝ ਲੋਕ ਜਿਹੜੇ ਸਿਆਸੀ ਪੱਧਰ ਤੇ ਉਹ ਕਿਸਾਨ ਨਾਂ ਦੇ ਕਿਸਾਨ ਹੋ ਸਕਦੇ ਨੇ ਉਹਦੇ ਪੱਖ 'ਚ, ਪਰ ਇਸ ਵਕਤ ਦੇਸ਼ ਦੀ ਕਿਸਾਨੀ ਸਾਰੇ ਹਿੰਦੁਸਤਾਨ ਦੇ ਵਿੱਚ ਉਹਦੇ ਖਿਲਾਫ ਹੈ। ਕੋਈ ਵਜ੍ਹਾ ਨਹੀਂ ਸਾਨੂੰ ਲੱਗਦੀ ਹੈਗੀ ਵੀ ਅਗਰ ਵੈਸੇ ਤਾਂ ਰੱਬ ਨਾ ਕਰੇ ਵੀ ਇਦਾਂ ਦੀ ਕੋਈ ਗੱਲ ਹੋਵੇ, ਅਣਹੋਣੀ ਹੋਵੇ 9 ਤਰੀਕ ਨੂੰ, ਜੇ ਕੋਈ ਹੋ ਜੇ ਤਾਂ ਤੁਹਾਡੇ ਤੇ ਬਲੇਮ ਆਉਣਾ, ਤੁਹਾਡੇ ਤੇ ਰਿਸਕ ਬਹੁਤ ਵੱਡਾ ਹੈਗਾ ਇਹ ਵਾਲਾ। ਨਹੀਂ, ਸਾਡੇ ਤੇ ਹੋਣ ਦੀ ਸਾਨੂੰ ਆਸ ਹੀ ਨਹੀਂ ਹੈਗੀ। ਜੇ ਕਿਤੇ ਕਰੂਗੀ ਉਹ ਨਾਮਜ਼ਦ ਹੋਗੀ ਸਰਕਾਰ, ਜਿਵੇਂ ਇੱਥੇ ਵੀ ਅਸੀਂ ਛੋਟੀ-ਛੋਟੀਆਂ ਕਾਰਵਾਈਆਂ ਹੋਈਆਂ ਨੇ। ਸਿੰਧੂ ਬਾਰਡਰ ਤੇ ਨਹੀਂ, ਆਪਣਾ ਅਗਲਾ ਕੀ ਕੁੰਡਲੀ ਵਾਲੇ ਪਾਸੇ, ਹਰਿਆਣੇ ਵਾਲੇ ਪਾਸੇ ਇੱਕ ਦਿਨ 16 ਲੜਕੇ ਤੇ 2 ਲੜਕੀਆਂ ਆਈਆਂ ਤੇ ਉਹ ਸਾਡੇ ਬੰਦਿਆਂ ਨੇ ਫੜ ਕੇ ਪਰਚੇ ਦਰਜ ਕਰਾਏ। ਅਸੀਂ ਮੀਟਿੰਗ ਦੇ ਵਿੱਚ ਉਸੇ ਸਮੇਂ ਕਿਹਾ ਵੀ DDR ਨਹੀਂ FIR ਕੱਟੋ। ਹੁਣ ਉਸ ਤੋਂ ਬਾਅਦ ਥਾਣੇਦਾਰ ਕਹਿੰਦਾ ਜੀ ਇਹ ਤਾਂ ਫਲਾਣੇ ਅਫਸਰ ਦੇ ਬੰਦੇ ਤੇ। ਅਸੀਂ ਕਿਹਾ ਵੀ ਇਸ ਗੱਲ ਦੀ ਇਨਕੁਆਇਰੀ ਕਰਾਓ ਵੀ ਇਹਦੇ ਪਿੱਛੇ ਕੌਣ ਤਾਕਤਾਂ ਨੇ। ਜੇ ਕਿਤੇ ਇਹੋ ਜਿਹਾ ਕੰਮ ਹੋਇਆ ਤਾਂ ਉਹ ਸਰਕਾਰ ਦੁਆਰਾ ਕਰਾਇਆ ਜਾਊਗਾ। ਪਰ ਅਸੀਂ ਬੜੇ ਸੁਚੇਤ ਹਾਂ, ਪਿਛਲੇ ਐਵੇਂ ਨਹੀਂ 3 ਮਹੀਨੇ ਇਹ ਅੰਦੋਲਨ ਨੂੰ ਲੈ ਕੇ ਆਏ, ਬੜੇ ਸੁਚੇਤ ਹਾਂ। ਕੋਈ ਨੂੰ ਲੈ ਕੇ ਕੋਈ ਪ੍ਰਸ਼ਾਸਨ ਦੇ ਨਾਲ ਗੱਲਬਾਤ ਹੋ ਰਹੀ ਹੈ ਤੁਹਾਨੂੰ ਉਹ ਮਨਜ਼ੂਰੀ ਦੇ ਰਹੇ ਆ ਕਿ ਜਾਂ ਫਿਰ ਉਹ ਕਿਸ ਤਰੀਕੇ ਉਹਨਾਂ ਦਾ ਹੈਗਾ ਤੁਹਾਡੇ ਨਾਲ? ਦੇਖੋ, ਉਹਨਾਂ ਨੇ ਜੋ ਕੱਲ ਮੰਤਰੀ ਜੀ ਨੇ ਕਿਹਾ ਵੀ ਕੱਲ ਨੂੰ ਮੈਂ ਆਪਣੇ ਅਫਸਰਾਂ ਨਾਲ, ਆਪਣੇ ਮੰਤਰੀ ਸਹਿਯੋਗੀਆਂ ਨਾਲ, ਆਪ ਤੋਂ ਵੱਡੇ ਜਿਹੜੇ ਸੀਨੀਅਰ ਸਾਡੇ ਮੇਰੇ ਕੁਲੀਗ ਨੇ ਉਹਨਾਂ ਨਾਲ, ਕਿਉਂਕਿ ਕੰਮ ਮੇਰੀ ਵੱਸੋਂ ਤੋਂ ਬਾਹਰ ਹੈ, ਮੇਰੇ ਕਰਨ ਤੋਂ ਵੱਡਾ ਹੈ, ਇਹਦੇ ਲਈ ਮੈਨੂੰ ਉਹਨਾਂ ਨਾਲ ਵਿਚਾਰ ਕਰਨਾ ਪੈਣਾ ਹੈ ਤੇ ਮੈਂ ਉਹਨਾਂ ਨਾਲ ਕੱਲ ਨੂੰ ਸਾਰਾ ਦਿਨ ਵਿਚਾਰ ਕਰਨਾ ਹੈ। ਪਲੀਜ਼ ਕੱਲ ਦਾ ਦਿਨ ਮੈਨੂੰ ਦਿੱਤਾ ਜਾਵੇ। ਅਸੀਂ 3 ਦਿਨ ਦਿੱਤੇ। ਔਰ ਦੂਸਰੀ ਗੱਲ ਉਹਨੂੰ ਇਹ ਵੀ ਕਹੀ ਉਹਨਾਂ ਨੇ ਵੀ ਅਸੀਂ ਕਿਹਾ ਵੀ ਤੁਸੀਂ 3 ਦਿਨ ਲਓ, ਤੁਸੀਂ ਹੁਣ ਮੁੜ ਕੇ ਇਹੋ ਜਿਹਾ ਨਾ ਹੋਵੇ ਵੀ ਆਪਾਂ ਬਾਰ-ਬਾਰ ਮੀਟਿੰਗਾਂ ਜਿਹੜੇ ਕਰਦੇ ਰਹੀਏ। ਇਹ ਮੀਟਿੰਗ ਲਾਸਟ ਹੀ ਹੋਣੀ ਚਾਹੀਦੀ ਹੈ। ਤੁਸੀਂ ਕੋਈ ਡਾਕੂਮੈਂਟ ਲੈ ਕੇ ਆਓ। ਕਹਿੰਦੇ ਬਿਲਕੁਲ ਲੈ ਕੇ ਆਓ, ਆਵਾਂਗੇ। ਅਸੀਂ ਕਿਹਾ ਸਾਨੂੰ ਵੀ ਦੇਣਾ ਹੈ, ਅਸੀਂ ਉਹਤੇ ਚਰਚਾ ਕਰਨੀ ਹੈ। ਇਹ ਸਾਰਾ ਕੁਝ ਉਹਨਾਂ ਨਾਲ ਕੱਲ ਤੁਹਾਡੇ ਕਿਸਾਨ ਜਥੇਬੰਦੀਆਂ ਤੋਂ ਵੀ, ਆਗੂਆਂ ਤੋਂ ਵੀ ਪੁੱਛਣਾ ਬਣਦਾ। ਤੁਸੀਂ ਤਾਂ ਕੱਲ ਕਹਿ ਕੇ ਗਏ ਸੀ ਕਿ ਅਸੀਂ ਹਾਂ ਤੇ ਜਾਂ ਨਾ ਦੇ ਵਿੱਚ ਪੁੱਛਣਾ, ਤਾਂ ਫਿਰ 6-7 ਘੰਟੇ ਮੀਟਿੰਗ ਚੱਲੀ ਕੱਲ। ਦੇਖੋ, 3 ਘੰਟੇ ਮੀਟਿੰਗ ਹੈ ਜਿਹੜੀ ਬੇਮੈਨਾ ਚੱਲੀ ਹੈ। ਉਹ ਅਸੀਂ ਕਹਾਂਗੇ ਵੀ ਤੁਸੀਂ ਦੱਸੋ, ਉਹ ਕਹਿੰਦੇ ਤੁਸੀਂ ਦੱਸੋ। ਅਸੀਂ ਕਿਹਾ ਤੁਹਾਨੂੰ ਕਿੰਨੇ ਵਾਰੀ ਦੱਸਾਂਗੇ, ਤੁਸੀਂ ਇੱਕ ਵਾਰੀ ਵੀ ਨਹੀਂ ਦੱਸਿਆ। ਉਹ ਇੱਥੇ ਆ ਕੇ ਉਹ ਜਦੋਂ ਇਸੇ ਰੱਸਾਕਸੀ 'ਚ ਰਹੇ ਤਾਂ ਅਸੀਂ ਇੱਕ ਸਾਰਿਆਂ ਨੇ ਮੀਟਿੰਗ ਉੱਥੇ ਬੈਠ ਕੇ ਅੰਡਰਸਟੈਂਡਿੰਗ ਕਰਕੇ, ਮੀਟਿੰਗ ਦਾ ਮਤਲਬ ਇੱਕ ਦੂਜੇ ਨਾਲ ਮਾੜੀ ਉਹ ਕਰਕੇ ਅਸੀਂ ਕਰ ਲਿਆ ਵੀ ਹੁਣ ਸਰਕਾਰ ਨਾਲ ਅਸੀਂ ਕੋਈ ਗੱਲ ਕਹਿਣੀ ਨਹੀਂ। ਉਹ ਜੋ ਸੁਣਦਾ, ਜੋ ਕਹਿੰਦਾ ਉਹਦੀ ਸੁਣਨੀ ਹੈ। ਅਸੀਂ ਚੁੱਪ ਕਰਕੇ 1 ਘੰਟਾ ਉਹਨਾਂ ਦੀ ਗੱਲ ਸੁਣੀ। ਉਹ ਮਗਰੋਂ ਮੰਤਰੀ ਜੀ ਕਹਿੰਦੇ ਤੁਸੀਂ ਤਾਂ ਮੌਨ ਧਾਰ ਲਿਆ, ਤੁਸੀਂ ਕਹਿੰਦਾ ਬਾਹਰ ਤਾਂ ਅੰਦੋਲਨ ਤੇ ਹੈਗੇ ਸੀਗੇ, ਤੁਸੀਂ ਤਾਂ ਅੰਦੋਲਨ ਵਿਗਿਆਨ ਭਵਨ ਦੇ ਵਿੱਚ ਵੀ ਸ਼ੁਰੂ ਕਰ ਲਿਆ। ਜੀ ਅਸੀਂ ਮੰਨ ਲਈਏ ਕਿ 9 ਤਰੀਕ ਜਿਹੜੀ ਮੀਟਿੰਗ ਹੈਗੀ ਆ, ਉਹ ਪਹਿਲਾਂ ਤਾਂ ਇਹ ਦੱਸੋ, ਕਲੀਅਰ ਕਰੋ, ਤੁਸੀਂ ਜਾ ਰਹੇ ਹੋ ਉਹਦੇ ਵਿੱਚ? ਹਾਂਜੀ, ਮੈਂ ਮੀਟਿੰਗ ਜਾਵਾਂਗੇ ਤਾਂ ਅਸੀਂ ਮੰਨ ਕੇ ਆਏ ਹਾਂ। ਮੀਟਿੰਗ ਦੇ ਵਿੱਚ ਤੁਸੀਂ ਜਾਓਗੇ, ਇਹ ਦੱਸੋ ਵੀ ਮੀਟਿੰਗ ਆਖਰੀ ਹੋ ਸਕਦੀ ਹੈ ਉਹ ਵਾਲੀ? ਦੇਖੋ, ਮੈਂ ਨਹੀਂ ਮੰਨਦਾ ਵੀ ਆਖਰੀ ਹੋ ਸਕਦੀ ਹੈ। ਅਜੇ ਆਖਰੀ ਨਹੀਂ ਹੋ ਸਕਦੀ, ਮੀਟਿੰਗਾਂ ਹੋਣਗੀਆਂ। ਕਾਰਨ ਕੀ ਹੈ? ਇਹ ਵੱਡੇ 3 ਕਾਨੂੰਨਾਂ ਨੂੰ ਵਾਪਸ ਕਰਾਉਣ ਦੇ ਮਸਲੇ ਨੇ। MSP ਇੱਕ ਵੱਡਾ ਸਵਾਲ ਹੈ ਦੇਸ਼ ਦੇ ਵਿੱਚ, ਜਿਹਦੇ ਕਿਸਾਨ ਦੇ ਨਾਲ ਜਿੰਦ ਜਾਨ ਨਾਲ ਬਣਿਆ ਹੋਇਆ ਹੈ। ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ, C2 ਫਾਰਮੂਲਾ ਉਹਦੇ ਨਾਲ ਬਣਿਆ ਹੋਇਆ ਹੈ। ਫਿਰ ਕੱਲਾ MSP ਨਾਲ ਨਹੀਂ ਗੱਲ ਬਣਦੀ, ਉਹਦੇ ਤੇ ਖਰੀਦ ਪ੍ਰੋਕਿਉਰਮੈਂਟ ਕਰਨ ਦੀ ਗਾਰੰਟੀ ਦਾ ਜਿਹੜਾ ਹੈ, ਜੇ ਉਹ ਨਹੀਂ ਹੁੰਦੀ ਤਾਂ ਉਹਦਾ ਡਿਫਰੈਂਸ ਦੇਣ ਦੀ ਗੱਲ ਹੈ। ਉਹ ਸਾਰੇ ਨੂੰ ਕਾਨੂੰਨੀ ਅਧਿਕਾਰ 'ਚ ਲੈਣ ਵਾਸਤੇ ਇੱਕ ਮੀਟਿੰਗ ਮੈਂ ਨਹੀਂ ਮੰਨਦਾ। ਕੋਈ ਉਹੀ ਕਹਿਣ ਨੂੰ ਹੈ ਤੁਹਾਡੇ ਵਾਸਤੇ ਅਸੀਂ ਕਹੀ ਜਾਈਏ, ਇੱਕ ਮੀਟਿੰਗ ਹੋਰ ਵੀ ਹੋ ਸਕਦੀ ਹੈ। ਪਰ ਹਾਂ, ਰਸਤਾ ਅੱਗੇ ਵਧੂਗਾ ਤਾਂ, ਥੋੜਾ ਇੱਕ ਸਟੈਪ ਸਰਕਾਰ ਸਾਡੇ ਵੱਲ ਆਊਗੀ ਤਾਂ। ਜੇ ਨਹੀਂ ਆਉਂਦੀ ਫਿਰ ਨਹੀਂ, ਉਹ ਵੀ ਵਿਚਾਲੇ ਰਹਿ ਸਕਦੀ ਹੈ। ਧੰਨਵਾਦ। ਸੋ ਇਹ ਨੇ ਬਲਦੇਵ ਸਿੰਘ ਨਿਹਾਲਗੜ੍ਹ। ਤਾਂ ਆਗੂ ਹੋਰ ਹੈਗੇ ਨੇ। ਸਤਨਾਮ ਸਿੰਘ ਜੀ, ਇਹ ਗੱਲ ਦੱਸੋ ਕਿ 9 ਤਰੀਕ ਨੂੰ ਲੈ ਕੇ ਤਿਆਰੀਆਂ ਮੁਕੰਮਲ ਨੇ? ਕਿਉਂਕਿ ਬੜਾ ਵੱਡਾ ਰਿਸਕ ਲੈਣ ਲੱਗੇ ਹੋ ਤੁਸੀਂ। ਹਾਂ, ਸਾਡੀਆਂ ਤਿਆਰੀਆਂ ਮੁਕੰਮਲ ਹੈ ਜੀ, ਕਿਉਂਕਿ ਅਸੀਂ ਅੱਜ 2 ਮੀਟਿੰਗਾਂ ਕੀਤੀਆਂ। ਪਹਿਲਾਂ ਪੰਜਾਬ ਯੂਨਿਟ ਦੀ ਕੀਤੀ ਆ, ਜਿਹੜੀਆਂ 30 ਆਰਗੇਨਾਈਜੇਸ਼ਨ ਨੇ। ਉਸਕੇ ਬਾਅਦ ਆਲ ਇੰਡੀਆ ਕੀ ਸਾਰੀਆਂ ਹੀ ਕੀਤੀਆਂ ਨੇ। ਉਹਦੇ ਵਿੱਚ ਅਸੀਂ ਕਿਹਾ ਵਾ ਵੀ ਇਹ ਸਵੇਰ ਤੋਂ ਲੈ ਕੇ ਸ਼ਾਮ ਦੇ 3 ਵਜੇ ਤੱਕ ਐਮਰਜੈਂਸੀ ਸਰਵਿਸਿਜ਼ ਨੂੰ ਛੱਡ ਕੇ ਦੁੱਧ, ਫਲ ਹੋਊਗਾ। ਉਹਦੇ ਸਿਰਫ ਐਮਰਜੈਂਸੀ ਐਂਬੂਲੈਂਸ ਵਗੈਰਾ, ਵਿਆਹ ਸ਼ਾਦੀ ਹੋਏਗਾ, ਬਾਕੀ ਕੋਈ ਨਹੀਂ ਬਿਮਾਰ ਸ਼ਮਾਰ ਆ। ਸੋ ਇਹਦੇ ਉੱਤੇ ਅਸੀਂ ਐਤਕੀ ਨਵਾਂ ਫਾਰਮੂਲਾ ਲਿਆ ਵਾ ਵੀ ਅਸੀਂ ਵੇਖਿਆ ਵੀ ਕਈ ਵਾਰ ਜਦੋਂ ਰੇਲਾਂ ਜਾਮ ਸੀ ਨਾ, 2 ਬੰਦੇ ਰੇਲ ਜਾਮ ਕਰ ਦਿੰਦੇ ਸੀ। ਇਹਦੇ 'ਚ ਅਸੀਂ ਕਿਹਾ ਵੀ ਪਾਰਟੀਸਪੇਸ਼ਨ ਵੱਧ ਕਰੋ, ਕਿਉਂਕਿ ਫਿਜ਼ਿਕਸ ਦਾ ਰੂਲ ਆ ਵੀ ਮਾਸ ਇਨਟੂ ਐਕਸਲਰੇਸ਼ਨ ਇਜ਼ ਇਕੁਅਲ ਟੂ ਗੁੱਡ ਰਿਜ਼ਲਟ। ਸੋ ਜਿੰਨੇ ਜ਼ਿਆਦਾ ਲੋਕ ਪਾਰਟੀਸਪੇਟ ਕਰਨ, ਇੱਥੇ ਜਿੰਨੀ ਪਾਰਟੀਸਪੇਸ਼ਨ ਹੈ ਉਹ ਅਸੀਂ
ਤੁਹਾਨੂੰ ਨਹੀਂ ਬਤਾਉਣਾ ਚਾਹੁੰਦੇ ਕਿੰਨੀ ਆ। ਜਿੱਦਣ ਇਹ 10 ਲੱਖ ਤੇ ਪਹੁੰਚ ਗਈ ਆਟੋਮੈਟਿਕਲੀ ਰਿਜ਼ਲਟ ਆ ਜਾਏਗਾ। ਅਸੀਂ ਲੋਕਾਂ ਨੂੰ ਕਹਿ ਦਿੱਤਾ ਵੱਡੀ ਗਿਣਤੀ 'ਚ ਆਓ। ਅੱਜ ਤੁਸੀਂ ਵੇਖੋ ਭਲਵਾਨ ਕਰਤਾਰ ਸਿੰਘ ਬੜਾ ਇੰਟਰਨੈਸ਼ਨਲ ਹੈਗਾ, ਉਨਕੇ ਸਾਥ ਅਜੀਤ ਸਿੰਘ, ਸਾਰੇ ਲੋਕ ਜਿਹੜੇ ਆ ਤੁਹਾਡੇ ਸਮਰਥਨ ਦੇ ਵਿੱਚ ਆ ਰਹੇ ਆ ਜੀ। ਦੇ ਆਰ ਗੋਇੰਗ, ਨਹੀਂ ਇੱਥੇ ਆਏ, ਖੁਦ ਆਏ। ਮੈਂ ਉਹੀ ਕਹਿ ਰਿਹਾ, ਮੈਂ ਇੱਥੇ ਆਏ ਨੇ ਬੋਲੇ ਸੀ ਉਹ ਰਾਸ਼ਟਰਪਤੀ ਨੂੰ ਕੱਲ ਆਪਣੇ ਅਵਾਰਡ ਦੇਣ ਜਾ ਰਹੇ। ਛੋਟੀ ਗੱਲ ਨਹੀਂ ਹੈ। ਤਾਂ ਇੱਕ ਵੱਡੀ ਗੱਲ ਇਹ ਹੈ ਕਿ 9 ਤਰੀਕ ਦੇ ਜਿਹੜੀ ਭਾਰਤ ਬੰਦ ਦੀ ਕਾਲ ਹੈਗੀ ਆ ਉਸ ਨੂੰ ਲੈ ਕੇ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ। ਮੋਟਾ ਤੁਹਾਨੂੰ ਦੱਸ ਦਿਆਂ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਭ ਕੁਝ ਬੰਦ ਰਹੇਗਾ। ਜੇਕਰ ਤੁਸੀਂ ਵਿਆਹ ਸ਼ਾਦੀ ਜਾਂ ਭੋਗ ਪਾਠ ਦੇ ਉੱਪਰ ਜਾਣਾ ਹੈ ਤੇ ਉਹਦੇ ਲਈ ਤੁਹਾਡੇ ਲਈ ਰਾਹ ਖੁੱਲੇ ਰਹਿਣਗੇ, ਐਂਬੂਲੈਂਸ ਦੇ ਲਈ ਰਾਹ ਖੁੱਲੇ ਰਹਿਣਗੇ। ਆਮ ਲੋਕਾਂ ਦੇ ਲਈ 3 ਵਜੇ ਤੱਕ ਚੱਕਾ ਜਾਮ ਰਹੇਗਾ ਮੁਕੰਮਲ ਤੌਰ ਦੇ ਉੱਪਰ, ਉੱਥੇ ਕਿਸੇ ਨੂੰ ਵੀ ਲੰਘਣ ਨਹੀਂ ਦਿੱਤਾ ਜਾਊਗਾ। ਜਥੇਬੰਦੀਆਂ ਦੇ ਵੱਲੋਂ ਇੱਕ ਵੱਡਾ ਫੈਸਲਾ ਕੀਤਾ ਗਿਆ ਹੈ। 8 ਤਰੀਕ ਨੂੰ ਭਾਰਤ ਬੰਦ ਦੀ ਕਾਲ ਦਿੱਤੀ ਗਈ ਹੈ। 8 ਤਰੀਕ ਨੂੰ ਕਦੋਂ ਅਤੇ ਕਿੰਨੇ ਵਜੇ ਭਾਰਤ ਬੰਦ ਹੋਵੇਗਾ, ਕਿਹੜੀਆਂ ਚੀਜ਼ਾਂ ਖੁੱਲੀਆਂ ਰਹਿਣਗੀਆਂ, ਮੇਰੇ ਨਾਲ ਗੱਲਬਾਤ ਕਰਨ ਲਈ ਬਲਦੇਵ ਸਿੰਘ ਨਿਹਾਲਗੜ੍ਹ ਨੇ। ਬਲਦੇਵ ਜੀ, ਸਭ ਤੋਂ ਪਹਿਲਾਂ ਇਹ ਦੱਸ ਦਿਓ ਕਿ ਜਦੋਂ ਭਾਰਤ ਬੰਦ ਹੈ ਕਿੰਨੇ ਵਜੇ ਤੋਂ ਭਾਰਤ ਬੰਦ ਹੋਊਗਾ, ਕਿਹੜੀਆਂ ਚੀਜ਼ਾਂ ਖੁੱਲੀਆਂ ਰਹਿਣਗੀਆਂ, ਸਾਰੀ ਡਿਟੇਲ ਦੇ ਵਿੱਚ ਜਾਣਕਾਰੀ ਦੇ ਦਿਓ। ਮੈਂ ਬਲਦੇਵ ਸਿੰਘ ਨਿਹਾਲਗੜ੍ਹ, ਜਨਰਲ ਸਕੱਤਰ ਪੰਜਾਬ ਕੁੱਲ ਹਿੰਦ ਕਿਸਾਨ ਸਭਾ। ਤੇ ਜਿੱਥੇ ਤੱਕ ਆਪਨੇ ਬੰਦ ਦੀ ਗੱਲ ਕੀਤੀ ਹੈ, ਕਿਉਂਕਿ ਬੰਦ ਹੈ ਜਿਹੜਾ ਸਾਡੇ ਲਈ ਬਹੁਤ ਮਹੱਤਵਪੂਰਨ ਹੈ। ਇਸ ਬੰਦ ਦੇ ਦੌਰਾਨ ਜੇਕਰ ਕਿਸੇ ਤਰ੍ਹਾਂ ਵੀ ਕੋਈ ਚੂਕ ਹੋ ਜਾਂਦੀ ਹੈ ਤਾਂ ਸਾਡੇ ਲਈ ਬੜੀ मतलब मुसीबत हो सकती है। इसलिए हम 2-3 बातों हम चैलेंज है। एक तो इसको अमन अमान से शांतिपूर्वक इसको सफल बनाना, और दूसरे इसकी इस सारे हिंदुस्तान में पूरी तरह से बंद होना, ताकि इस सरकार को पता लग जाए कि अब भारत है जो मेरे पूरी तरह खिलाफ है। जो आज पीएम हाउस में है वो वापस उनको पता लगे कि पीएम हाउस से मैं वापस रेलवे स्टेशन पर चाय बेचने भी जा सकता हूँ। ऐसी स्थिति भी आ सकती है। ਜੇ ਆਪਾਂ ਪੰਜਾਬੀ ਚ ਗੱਲ ਕਰਦੇ ਹਾਂ ਕਿ ਇਹ ਦੱਸੋ ਕਿ ਕੋਈ ਗੱਲ ਨਹੀਂ, ਹੁਣ ਨੈਸ਼ਨਲ ਦਾ ਤੁਹਾਨੂੰ ਵੀ ਭੁਲੇਖਾ ਪੈਂਦਾ ਵਾਰ-ਵਾਰ, ਪਰ ਇਹ ਹੈ ਕਿ ਇਹ ਦੱਸੋ ਵੀ ਕਿਹੜੀਆਂ ਚੀਜ਼ਾਂ ਜਿਹੜੀਆਂ ਖੁੱਲੀਆਂ ਰਹਿਣਗੀਆਂ ਅਤੇ ਕਿੰਨੇ ਵਜੇ ਬੰਦ ਹੋਊਗਾ। ਦੇਖੋ, ਅਸੀਂ ਫੈਸਲਾ ਅੱਜ ਹੀ ਲਿਆ। ਇਹ ਪਰਸੋਂ ਤਾਂ ਐਲਾਨ ਹੀ ਕੀਤਾ ਸੀ ਬੰਦ ਦਾ, ਅੱਜ ਇਹ ਫੈਸਲਾ ਲਿਆ ਵੀ ਇਹਨੂੰ ਕਿਵੇਂ ਜਾਏ। ਅਸੀਂ ਚਾਹੁੰਦੇ ਹਾਂ ਕਿ ਕੋਈ ਵੀ ਸਵੇਰ ਦਾ ਦੁੱਧ ਜਾਂ ਸਬਜ਼ੀਆਂ ਉਹ ਬਾਜ਼ਾਰ ਵਿੱਚ ਨਾ ਜਾਣ, ਔਰ ਉਹਨਾਂ ਸਾਥੀਆਂ ਨੂੰ ਕਹਿਤਾ ਵੀ 1 ਦਿਨ ਬਾਅਦ ਚਲੇ ਜਾਣਗੇ, ਕਿਉਂਕਿ ਸਾਰੇ ਸਾਡੇ ਨਾਲ ਨੇ ਦੋਜੀ ਵੀਰ ਤੇ ਹੋਰ ਜਿੰਨੇ ਵੀ ਕਿਸਾਨ ਵੀਰ ਨੇ ਜਿਹੜੇ ਕਾਰੋਬਾਰ 'ਚ ਲੱਗੇ ਹੋਏ ਨੇ, ਫਲਾਂ ਸਬਜ਼ੀਆਂ ਤੇ ਮੱਝਾਂ ਦੇ ਕਾਰੋਬਾਰ 'ਚ, ਗਾਈਆਂ ਦੇ, ਉਹ ਸਾਰਿਆਂ ਨੂੰ ਪਤਾ ਹੈ। ਉਹ ਸਰਦੀ ਦਾ ਮੌਸਮ ਹੈ, ਕੋਈ ਉਹਨਾਂ ਦੀ ਚੀਜ਼ ਖਰਾਬ ਹੋਣ ਵਾਲੀ ਨਹੀਂ, ਅਗਲੇ ਦਿਨ ਵੀ ਕੰਮ ਆ ਜਾਣੀ ਹੈ। ਇਸ ਲਈ ਉਹ ਸਾਰਾ ਬੰਦ ਹੈ ਜਿਹੜਾ ਸਾਡਾ ਸਵੇਰ ਤੋਂ ਸ਼ਾਮ ਤੱਕ ਹੈ। ਔਰ ਜਿਹੜਾ ਚੱਕਾ ਜਾਮ ਹੈ ਸਵੇਰੇ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਹੈ, ਇਹਦੀ ਕੋਈ ਲਿਮਟ ਨਹੀਂ। ਅਸੀਂ ਤਾਂ ਇਹਨੂੰ ਐ ਸਮਝੋ ਵੀ 5 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ, ਇਹ ਵੀ ਮੰਨਾਂਗੇ। ਮਤਲਬ ਇੰਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੈ। ਇਹਦੇ ਵਿੱਚ ਫਿਰ ਛੂਟ ਕਿੰਨਾ ਨੂੰ ਆ? ਸ਼ੂਟ ਇਹਨਾਂ ਦੇ ਵਿੱਚ ਦੂਜੀ ਗੱਲ ਜਿਹੜਾ ਟਰਾਂਸਪੋਰਟ ਦਾ ਚੱਕਾ ਜਾਮ ਹੈ ਸਿਰਫ 3 ਵਜੇ ਤੱਕ ਹੈ, ਤਾਂ ਕਿ ਲੋਕ 3 ਵਜੇ ਤੱਕ ਹੈ। ਉਹ ਲੋਕਾਂ ਨੂੰ ਸਰਦੀਆਂ ਦਾ ਮੌਸਮ ਹੈ, ਤਾਂ ਕਿ ਉਸ ਸਮੇਂ ਸਿਰ ਆਪਣੇ ਘਰਾਂ ਨੂੰ ਪਹੁੰਚ ਜਾਣ, ਆਪਣੇ ਵਹੀਕਲਾਂ ਤੇ ਜੋ ਵੀ ਹੈ। ਜਿੱਥੇ ਤੱਕ ਤੁਸੀਂ ਦੂਜਾ ਸਵਾਲ ਕੀਤਾ ਸੀ ਕਿ ਆਪਾਂ ਇਹ ਮੰਨ ਲਈਏ, ਹਾਂ, ਜਿੱਥੇ ਤੱਕ ਛੋਟ ਦੀ ਗੱਲ ਹੈ, ਉਹ ਐਂਬੂਲੈਂਸ ਵੀ ਇਹਦੇ ਵਿੱਚੋਂ ਛੋਟ ਹੈ, ਵਿਆਹ ਸ਼ਾਦੀਆਂ ਵੀ ਛੋਟ ਹੈ। ਜੇ ਕੋਈ ਭੋਗ ਇਸ ਤਰ੍ਹਾਂ ਕੋਈ ਹੁੰਦਾ, ਮੌਤ ਦਾ, ਡੈਥ ਦਾ ਕੋਈ ਇਹੋ ਜਿਹਾ ਕਾਰਨ ਬਣ ਜਾਂਦਾ ਐਮਰਜੈਂਸੀ, ਉਹਦੇ ਲਈ ਵੀ ਛੋਟ ਹੈ। ਇਕੱਲੀ ਛੋਟ ਨਹੀਂ, ਸਾਡੇ ਵਲੰਟੀਅਰਾਂ ਦੀ ਡਿਊਟੀ ਹੈ ਵੀ ਐਮਰਜੈਂਸੀ ਰਾਹ ਬਣਾ ਕੇ ਉਹਨਾਂ ਨੂੰ ਦੇਣ। ਤੇ ਤੀਜੀ ਗੱਲ ਵੀ ਇਹਦੇ ਵਿੱਚ ਇਹ ਵੀ ਸਾਡੀ ਅਪੀਲ ਹੈ ਵੀ ਕੋਈ ਵੀ ਬੰਦਾ ਇਹਦੇ ਵਿੱਚ ਸ਼ਾਂਤੀ ਰੱਖੀ ਜਾਵੇ। ਜੇ ਕੋਈ ਖਰੜ ਪਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਉਸੇ ਵਕਤ ਨਾਮਜ਼ਦ ਕੀਤਾ ਜਾਵੇ। ਇਹਦੇ ਵਿੱਚ ਰਿਸਕ ਬਹੁਤ ਵੱਡਾ ਆ। ਤੁਸੀਂ ਦੇਸ਼ ਪੱਧਰ ਦੀ ਜਿਹੜੀ ਆ ਕਾਲ ਬੰਦ ਦੀ ਦੇ ਰਹੇ ਹੋ, ਦੂਜੇ ਪਾਸੇ ਸਾਰੇ ਵੱਡੇ ਲੀਡਰ ਜਿਹੜੇ ਆ ਇਸ ਅੰਦੋਲਨ ਦੇ ਵਿੱਚ ਨੇ। ਜੇਕਰ ਕਿਤੇ ਚੱਕਾ ਜਾਮ ਕਰਦੇ ਹੋ ਜਾਂ ਕਿਤੇ ਵੱਡੇ ਪੁਆਇੰਟ ਦੇ ਉੱਪਰ, ਕੀ ਇਥੋਂ ਆਗੂ ਜਾਣਗੇ ਕਿ ਫਿਰ ਤੁਸੀਂ ਲੋਕਾਂ ਦੇ ਉੱਪਰ ਹੀ ਛੱਡਿਆ? ਦੇਖੋ, ਜਿੱਥੇ ਤੱਕ ਦਾ ਹੈਗਾ ਇਸ ਅੰਦੋਲਨ ਨੂੰ ਕਾਮਯਾਬ ਕਰਾਉਣ ਵਾਸਤੇ ਮੈਂ ਇੱਕ ਉਦਾਹਰਨ ਦਿੰਦਾ। ਦਿੱਲੀ ਦੀਆਂ ਜਿਹੜੀਆਂ ਟਰਾਂਸਪੋਰਟ ਕੰਪਨੀਆਂ ਨੇ, ਭਾਵੇਂ ਉਹ ਟੈਕਸੀਆਂ ਨੇ ਭਾਵੇਂ ਬੱਸਾਂ ਦੀ ਹੈ, ਆਲ ਇੰਡੀਆ ਟਰਾਂਸਪੋਰਟਰ ਐਸੋਸੀਏਸ਼ਨ ਜਿਹੜੀ, ਉਹਨੇ ਪੂਰੀਆਂ 90 ਲੱਖ ਬੱਸਾਂ ਤੇ 25 ਲੱਖ ਬੱਸਾਂ ਤੇ 90 ਲੱਖ ਟਰੱਕ ਟਰਾਂਸਪੋਰਟ ਹੈ ਜਿਹੜੀ ਉਸ ਦਿਨ ਸਾਰੀ ਬੰਦ ਹੋਊਗੀ। ਉਹਨਾਂ ਨੇ ਤਾਂ ਇਹ ਵੀ ਕਿਹਾ ਸੀ ਵੀ ਅਣਮਿੱਥੇ ਸਮੇਂ ਵੀ ਅਸੀਂ ਕਰ ਸਕਦੇ ਹਾਂ। ਇਸ ਲਈ ਲੋਕਾਂ ਦਾ ਸਾਨੂੰ ਮਤਲਬ ਬੇਮੁੱਲਾ ਜਿਹੜਾ ਹੈਗਾ ਸਮਰਥਨ ਮਿਲ ਰਿਹਾ ਹੈ। ਇਹੋ ਜਿਹੀ ਕੋਈ ਆਸ ਨਹੀਂ। ਜਿੱਥੇ ਤੱਕ ਤੁਸੀਂ ਕਹਿੰਦੇ ਹੋ ਵੀ ਅਸੀਂ ਅੰਦੋਲਨ 'ਚ ਪਿੱਛੇ ਕੁਛ ਹੋਵੇ, ਸਾਡੇ ਜਿੰਨਾ ਅਸੀਂ 3 ਮਹੀਨਿਆਂ ਤੋਂ, ਵੈਸੇ 6 ਮਹੀਨਿਆਂ ਤੋਂ 3 ਤਾਂ ਬਿਲਕੁਲ ਹੀ ਅਸੀਂ ਅੰਦੋਲਨ 'ਚ ਦਿਨ ਰਾਤ, ਸਾਡੇ ਕੋਲ
ਵਰਕਰਾਂ ਦੀ ਕਮੀ ਨਹੀਂ, ਅਸੀਂ ਪਿੱਛੇ ਇੰਨੇ ਵਰਕਰ ਪੈਦਾ ਕਰ ਲਏ, ਉਹ ਸਾਰੇ ਸਾਡੇ ਤੋਂ ਵੀ ਵੱਡੇ ਆਗੂ ਨੇ ਪਿੱਛੇ ਕੰਟਰੋਲ ਕਰਨ ਵਾਸਤੇ। ਕਿਤੇ ਵੀ ਸ਼ਾਂਤੀਪੂਰਨ ਹੋਵੇ ਇਹਦਾ ਸੰਦੇਸ਼ਾ ਪੰਜਾਬ ਨੇ ਸਾਰੇ ਹਿੰਦੁਸਤਾਨ ਨੂੰ ਦੇਤਾ, ਕਿਉਂਕਿ ਪਤਾ ਲੱਗਦਾ ਵੀ ਜੇ ਸ਼ਾਂਤੀ ਰੱਖੋਗੇ ਤਾਂ ਅੰਦੋਲਨ ਸਿਖਰ ਤੇ ਲਿਜਾ ਸਕਦੇ। ਇਹ 'ਚ ਇੱਕ ਗੱਲ ਸਮਝਣ ਵਾਲੀ ਹੈ ਕਿ ਆਪਣੀ ਜਿਹੜੀ ਲੜਾਈ ਹੈਗੀ ਆ, ਤੁਹਾਡੀ ਕਿਸਾਨਾਂ ਦੀ ਲੜਾਈ ਆ, ਉਹ ਬੀਜੇਪੀ ਸਰਕਾਰ ਦੇ ਨਾਲ ਆ। ਬਹੁਤ ਗਿਣਤੀ ਜਿਹੜੀ ਹੈ ਵੋਟ ਜਿਹੜੀ ਆ ਉਹ ਬੀਜੇਪੀ ਦੇ ਹੱਕ ਦੇ ਵਿੱਚ ਆ, ਬੀਜੇਪੀ ਦੀ ਬਹੁਮਤ ਦੇ ਵਿੱਚ ਸਰਕਾਰ ਆ। ਦੇਸ਼ ਭਰ ਦੇ ਵਿੱਚ ਬੀਜੇਪੀ ਦੀ ਸਰਕਾਰ ਜ਼ਿਆਦਾ ਸੂਬਿਆਂ ਦੇ ਵਿੱਚ ਹੈਗੀ ਆ, ਤਾਂ ਤੁਸੀਂ ਦੇਸ਼ ਭਰ ਨੂੰ ਜਿਹੜਾ ਵਾ ਬੰਦ ਦੀ ਕਾਲ ਦੇ ਰਹੇ ਹੋ। ਕਈ ਵਾਰੀ ਇਹ ਵੀ ਹੋ ਸਕਦਾ ਹੈ ਕਿ ਕਈ ਸੂਬਿਆਂ ਦੇ ਵਿੱਚ ਤੁਹਾਨੂੰ ਉਹ ਜਿਹਾ ਹੰਗਾਰਾ ਨਾ ਮਿਲੇ। ਦੇਖੋ, ਜਿੱਥੇ ਤੱਕ ਜਿਹੜਾ ਹੈਗਾ ਬੀਜੇਪੀ ਨੂੰ ਵੋਟ ਦਾ ਪਾਉਣ ਦਾ, ਬੀਜੇਪੀ ਨੂੰ ਜਿਤਾਉਣ ਵਾਸਤੇ ਕਿਸਾਨੀ ਦਾ ਬਹੁਤ ਵੱਡਾ ਰੋਲ ਹੈ, ਪਰ ਉਸ ਕਿਸਾਨੀ ਦੀ ਪਿੱਠ 'ਚ ਜਿਹੜਾ ਹੁਣ ਛੁਰਾ ਮਾਰਿਆ ਹੈ, ਸਾਰੇ ਦੇਸ਼ ਦੀ ਕਿਸਾਨੀ ਉਹ ਤੋਂ ਨਾਰਾਜ਼ ਹੈ। ਕੁਝ ਲੋਕ ਜਿਹੜੇ ਸਿਆਸੀ ਪੱਧਰ ਤੇ ਉਹ ਕਿਸਾਨ ਨਾਂ ਦੇ ਕਿਸਾਨ ਹੋ ਸਕਦੇ ਨੇ ਉਹਦੇ ਪੱਖ 'ਚ, ਪਰ ਇਸ ਵਕਤ ਦੇਸ਼ ਦੀ ਕਿਸਾਨੀ ਸਾਰੇ ਹਿੰਦੁਸਤਾਨ ਦੇ ਵਿੱਚ ਉਹਦੇ ਖਿਲਾਫ ਹੈ। ਕੋਈ ਵਜ੍ਹਾ ਨਹੀਂ ਸਾਨੂੰ ਲੱਗਦੀ ਹੈਗੀ ਵੀ ਅਗਰ ਵੈਸੇ ਤਾਂ ਰੱਬ ਨਾ ਕਰੇ ਵੀ ਇਦਾਂ ਦੀ ਕੋਈ ਗੱਲ ਹੋਵੇ, ਅਣਹੋਣੀ ਹੋਵੇ 9 ਤਰੀਕ ਨੂੰ, ਜੇ ਕੋਈ ਹੋ ਜੇ ਤਾਂ ਤੁਹਾਡੇ ਤੇ ਬਲੇਮ ਆਉਣਾ, ਤੁਹਾਡੇ ਤੇ ਰਿਸਕ ਬਹੁਤ ਵੱਡਾ ਹੈਗਾ ਇਹ ਵਾਲਾ। ਨਹੀਂ, ਸਾਡੇ ਤੇ ਹੋਣ ਦੀ ਸਾਨੂੰ ਆਸ ਹੀ ਨਹੀਂ ਹੈਗੀ। ਜੇ ਕਿਤੇ ਕਰੂਗੀ ਉਹ ਨਾਮਜ਼ਦ ਹੋਗੀ ਸਰਕਾਰ, ਜਿਵੇਂ ਇੱਥੇ ਵੀ ਅਸੀਂ ਛੋਟੀ ਛੋਟੀਆਂ ਕਾਰਵਾਈਆਂ ਹੋਈਆਂ ਨੇ। ਸਿੰਧੂ ਬਾਰਡਰ ਤੇ ਨਹੀਂ, ਆਪਣਾ ਅਗਲਾ ਕੀ ਕੁੰਡਲੀ ਵਾਲੇ ਪਾਸੇ, ਹਰਿਆਣੇ ਵਾਲੇ ਪਾਸੇ ਇੱਕ ਦਿਨ 16 ਲੜਕੇ ਤੇ 2 ਲੜਕੀਆਂ ਆਈਆਂ ਤੇ ਉਹ ਸਾਡੇ ਬੰਦਿਆਂ ਨੇ ਫੜ ਕੇ ਪਰਚੇ ਦਰਜ ਕਰਾਏ। ਅਸੀਂ ਮੀਟਿੰਗ ਦੇ ਵਿੱਚ ਉਸੇ ਸਮੇਂ ਕਿਹਾ ਵੀ DDR ਨਹੀਂ FIR ਕੱਟੋ। ਹੁਣ ਉਸ ਤੋਂ ਬਾਅਦ ਥਾਣੇਦਾਰ ਕਹਿੰਦਾ ਜੀ ਇਹ ਤਾਂ ਫਲਾਣੇ ਅਫਸਰ ਦੇ ਬੰਦੇ ਤੇ। ਅਸੀਂ ਕਿਹਾ ਵੀ ਇਸ ਗੱਲ ਦੀ ਇਨਕੁਆਇਰੀ ਕਰਾਓ ਵੀ ਇਹਦੇ ਪਿੱਛੇ ਕੌਣ ਤਾਕਤਾਂ ਨੇ। ਜੇ ਕਿਤੇ ਇਹੋ ਜਿਹਾ ਕੰਮ ਹੋਇਆ ਤਾਂ ਉਹ ਸਰਕਾਰ ਦੁਆਰਾ ਕਰਾਇਆ ਜਾਊਗਾ। ਪਰ ਅਸੀਂ ਬੜੇ ਸੁਚੇਤ ਹਾਂ, ਪਿਛਲੇ ਐਵੇਂ ਨਹੀਂ 3 ਮਹੀਨੇ ਇਹ ਅੰਦੋਲਨ ਨੂੰ ਲੈ ਕੇ ਆਏ, ਬੜੇ ਸੁਚੇਤ ਹਾਂ। ਇਹ ਕੋਈ ਨੂੰ ਲੈ ਕੇ ਕੋਈ ਪ੍ਰਸ਼ਾਸਨ ਦੇ ਨਾਲ ਗੱਲਬਾਤ ਹੋ ਰਹੀ ਹੈ ਤੁਹਾਡੀ, ਤੁਹਾਨੂੰ ਉਹ ਮਨਜ਼ੂਰੀ ਦੇ ਰਹੇ ਆ ਕਿ ਜਾਂ ਫਿਰ ਉਹ ਕਿਸ ਤਰੀਕੇ ਉਹਨਾਂ ਦਾ ਹੈਗਾ ਤੁਹਾਡੇ ਨਾਲ? ਦੇਖੋ, ਉਹਨਾਂ ਨੇ ਜੋ ਕੱਲ ਮੰਤਰੀ ਜੀ ਨੇ ਕਿਹਾ ਵੀ ਕੱਲ ਨੂੰ ਮੈਂ ਆਪਣੇ ਅਫਸਰਾਂ ਨਾਲ, ਆਪਣੇ ਮੰਤਰੀ ਸਹਿਯੋਗੀਆਂ ਨਾਲ, ਆਪ ਤੋਂ ਵੱਡੇ ਜਿਹੜੇ ਸੀਨੀਅਰ ਸਾਡੇ ਮੇਰੇ ਕੁਲੀਗ ਨੇ ਉਹਨਾਂ ਨਾਲ, ਕਿਉਂਕਿ ਕੰਮ ਮੇਰੀ ਬਸੋਂ ਤੋਂ ਬਾਹਰ ਹੈ, ਮੇਰੇ ਕਰਨ ਤੋਂ ਵੱਡਾ ਹੈ, ਇਹਦੇ ਲਈ ਮੈਨੂੰ ਉਹਨਾਂ ਨਾਲ ਵਿਚਾਰ ਕਰਨਾ ਪੈਣਾ ਹੈ ਤੇ ਮੈਂ ਉਹਨਾਂ ਨਾਲ ਕੱਲ ਨੂੰ ਸਾਰਾ ਦਿਨ ਵਿਚਾਰ ਕਰਨਾ ਹੈ। ਪਲੀਜ਼ ਕੱਲ ਦਾ ਦਿਨ ਮੈਨੂੰ ਦਿੱਤਾ ਜਾਵੇ। ਅਸੀਂ 3 ਦਿਨ ਦਿੱਤੇ। ਔਰ ਦੂਸਰੀ ਗੱਲ ਉਹਨੂੰ ਇਹ ਵੀ ਕਹੀ ਉਹਨਾਂ ਨੇ ਵੀ ਅਸੀਂ ਕਿਹਾ ਵੀ ਤੁਸੀਂ 3 ਦਿਨ ਲਓ, ਤੁਸੀਂ ਹੁਣ ਮੁੜ ਕੇ ਇਹੋ ਜਿਹਾ ਨਾ ਹੋਵੇ ਵੀ ਆਪਾਂ ਬਾਰ-ਬਾਰ ਮੀਟਿੰਗਾਂ ਜਿਹੜੇ ਕਰਦੇ ਰਹੀਏ। ਇਹ ਮੀਟਿੰਗ ਲਾਸਟ ਹੀ ਹੋਣੀ ਚਾਹੀਦੀ ਹੈ। ਤੁਸੀਂ ਕੋਈ ਡਾਕੂਮੈਂਟ ਲੈ ਕੇ ਆਓ, ਕਹਿੰਦੇ ਬਿਲਕੁਲ ਲੈ ਕੇ ਆਓ, ਆਵਾਂਗੇ। ਅਸੀਂ ਕਿਹਾ ਸਾਨੂੰ ਵੀ ਦੇਣਾ ਹੈ, ਅਸੀਂ ਉਹ ਤੇ ਚਰਚਾ ਕਰਨੀ ਹੈ। ਇਹ ਸਾਰਾ ਕੁਝ ਉਹਨਾਂ ਨਾਲ ਕੱਲ ਤੁਹਾਡੇ ਕਿਸਾਨ ਜਥੇਬੰਦੀਆਂ ਤੋਂ ਵੀ, ਆਗੂਆਂ ਤੋਂ ਵੀ ਪੁੱਛਣਾ ਬਣਦਾ। ਤੁਸੀਂ ਤਾਂ ਕੱਲ ਕਹਿ ਕੇ ਗਏ ਸੀ ਕਿ ਅਸੀਂ ਹਾਂ ਤੇ ਜਾਂ ਨਾ ਦੇ ਵਿੱਚ ਪੁੱਛਣਾ, ਤਾਂ ਫਿਰ 6-7 ਘੰਟੇ ਮੀਟਿੰਗ ਚੱਲੀ ਕੱਲ। ਦੇਖੋ, 3 ਘੰਟੇ ਮੀਟਿੰਗ ਹੈ ਜਿਹੜੀ ਬੇਮਹਿਨਾ ਚੱਲੀ ਹੈ। ਉਹ ਅਸੀਂ ਕਹਾਂਗੇ ਵੀ ਤੁਸੀਂ ਦੱਸੋ, ਉਹ ਕਹਿੰਦੇ ਤੁਸੀਂ ਦੱਸੋ। ਅਸੀਂ ਕਿਹਾ ਤੁਹਾਨੂੰ ਕਿੰਨੇ ਵਾਰੀ ਦੱਸਾਂਗੇ, ਤੁਸੀਂ ਇੱਕ ਵਾਰੀ ਵੀ ਨਹੀਂ ਦੱਸਿਆ। ਉਹ ਇੱਥੇ ਆ ਕੇ ਉਹ ਜਦੋਂ ਇਸੇ ਰੱਸਾਕਸੀ 'ਚ ਰਹੇ ਤਾਂ ਅਸੀਂ ਇੱਕ ਸਾਰਿਆਂ ਨੇ ਮੀਟਿੰਗ ਉੱਥੇ ਬੈਠ ਕੇ ਅੰਡਰਸਟੈਂਡਿੰਗ ਕਰਕੇ, ਮੀਟਿੰਗ ਦਾ ਮਤਲਬ ਇੱਕ ਦੂਜੇ ਨਾਲ ਮਾੜੀ ਉਹ ਕਰਕੇ ਅਸੀਂ ਕਰ ਲਿਆ ਵੀ ਹੁਣ ਸਰਕਾਰ ਨਾਲ ਅਸੀਂ ਕੋਈ ਗੱਲ ਕਹਿਣੀ ਨਹੀਂ। ਉਹ ਜੋ ਸੁਣਦਾ ਹੈ, ਜੋ ਉਹ ਕਹਿੰਦਾ ਉਹਦੀ ਸੁਣਨੀ ਹੈ। ਅਸੀਂ ਚੁੱਪ ਕਰਕੇ 1 ਘੰਟਾ ਉਹਨਾਂ ਦੀ ਗੱਲ ਸੁਣੀ। ਉਹ ਮਗਰੋਂ ਮੰਤਰੀ ਜੀ ਕਹਿੰਦੇ ਤੁਸੀਂ ਤਾਂ ਮੌਨ ਧਾਰ ਲਿਆ, ਤੁਸੀਂ ਕਹਿੰਦਾ ਬਾਹਰ ਤਾਂ ਅੰਦੋਲਨ ਤੇ ਹੈਗੇ ਸੀਗੇ, ਤੁਸੀਂ ਤਾਂ ਅੰਦੋਲਨ ਵਿਗਿਆਨ ਭਵਨ ਦੇ ਵਿੱਚ ਵੀ ਸ਼ੁਰੂ ਕਰ ਲਿਆ। ਜੀ ਅਸੀਂ ਮੰਨ ਲਈਏ ਕਿ 9 ਤਰੀਕ ਜਿਹੜੀ ਮੀਟਿੰਗ ਹੈਗੀ ਆ, ਉਹ ਪਹਿਲਾਂ ਤੇ ਦੱਸੋ, ਕਲੀਅਰ ਕਰੋ, ਤੁਸੀਂ ਜਾ ਰਹੇ ਹੋ ਉਹਦੇ ਵਿੱਚ? ਹਾਂਜੀ, ਮੈਂ ਮੀਟਿੰਗ ਜਾਵਾਂਗੇ ਤਾਂ ਅਸੀਂ ਮੰਨ ਕੇ ਆਏ ਹਾਂ। ਮੀਟਿੰਗ ਦੇ ਵਿੱਚ ਤੁਸੀਂ ਜਾਓਗੇ, ਇਹ ਦੱਸੋ ਵੀ ਮੀਟਿੰਗ ਆਖਰੀ ਹੋ ਸਕਦੀ ਹੈ ਉਹ ਵਾਲੀ? ਦੇਖੋ, ਮੈਂ ਨਹੀਂ ਮੰਨਦਾ ਵੀ ਆਖਰੀ ਹੋ ਸਕਦੀ ਹੈ। ਅਜੇ ਆਖਰੀ ਨਹੀਂ ਹੋ ਸਕਦੀ, ਮੀਟਿੰਗਾਂ ਹੋਣੀਆਂ। ਕਾਰਨ ਕੀ ਹੈ? ਇਹ ਵੱਡੇ 3 ਕਾਨੂੰਨਾਂ ਨੂੰ ਵਾਪਸ ਕਰਾਉਣ ਦੇ ਮਸਲੇ ਨੇ। MSP ਇੱਕ ਵੱਡਾ ਸਵਾਲ ਹੈ ਦੇਸ਼ ਦੇ ਵਿੱਚ, ਜਿਹਦੇ ਕਿਸਾਨ ਦੇ ਨਾਲ ਜਿੰਦ ਜਾਨ ਨਾਲ ਬਣਿਆ ਹੋਇਆ ਹੈ। ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ, C2 ਫਾਰਮੂਲਾ ਉਹਦੇ ਨਾਲ ਬਣਿਆ ਹੋਇਆ ਹੈ। ਫਿਰ ਕੱਲਾ MSP ਨਾਲ ਨਹੀਂ ਗੱਲ ਬਣਦੀ, ਉਹਦੇ ਤੇ ਖਰੀਦ ਪ੍ਰੋਕਿਉਰਮੈਂਟ ਕਰਨ ਦੀ ਗਾਰੰਟੀ ਦਾ ਜਿਹੜਾ ਹੈ, ਜੇ ਉਹ ਨਹੀਂ ਹੁੰਦੀ ਤਾਂ ਉਹਦਾ ਡਿਫਰੈਂਸ ਦੇਣ ਦੀ ਗੱਲ ਹੈ। ਉਹ ਸਾਰੇ ਨੂੰ ਕਾਨੂੰਨੀ ਅਧਿਕਾਰ 'ਚ ਲੈਣ ਵਾਸਤੇ ਇੱਕ ਮੀਟਿੰਗ ਮੈਂ ਨਹੀਂ ਮੰਨਦਾ। ਕੋਈ ਉਹੀ ਕਹਿਣ ਨੂੰ ਹੈ ਤੁਹਾਡੇ ਵਾਸਤੇ ਅਸੀਂ ਕਹੀ ਜਾਈਏ, ਇੱਕ ਮੀਟਿੰਗ ਹੋਰ ਵੀ ਹੋ ਸਕਦੀ ਹੈ। ਪਰ ਹਾਂ, ਰਸਤਾ ਅੱਗੇ ਵਧੂਗਾ ਤਾਂ ਥੋੜਾ ਇੱਕ ਸਟੈਪ ਸਰਕਾਰ ਸਾਡੇ ਵੱਲ ਆਊਗੀ ਤਾਂ। ਜੇ ਨਹੀਂ ਆਉਂਦੀ ਫਿਰ ਨਹੀਂ, ਉਹ ਵੀ ਵਿਚਾਲੇ ਰਹਿ ਸਕਦੀ ਹੈ। ਧੰਨਵਾਦ। ਸੋ ਇਹ ਨੇ ਬਲਦੇਵ ਸਿੰਘ ਨਿਹਾਲਗੜ੍ਹ। ਤਾਂ ਆਗੂ ਹੋਰ ਹੈਗੇ ਨੇ। ਸਤਨਾਮ ਸਿੰਘ ਜੀ, ਇਹ ਗੱਲ ਦੱਸੋ ਕਿ 9 ਤਰੀਕ ਨੂੰ ਲੈ ਕੇ ਤਿਆਰੀਆਂ ਮੁਕੰਮਲ ਨੇ, ਕਿਉਂਕਿ ਬੜਾ ਵੱਡਾ ਰਿਸਕ ਲੈਣ ਲੱਗੇ ਹੋ ਤੁਸੀਂ? ਹਾਂ, ਸਾਡੀਆਂ ਤਿਆਰੀਆਂ ਮੁਕੰਮਲ ਹੈ ਜੀ, ਕਿਉਂਕਿ ਅਸੀਂ ਅੱਜ 2 ਮੀਟਿੰਗਾਂ ਕੀਤੀਆਂ। ਪਹਿਲਾਂ ਪੰਜਾਬ ਯੂਨਿਟ ਦੀ ਕੀਤੀ ਆ, ਜਿਹੜੀਆਂ 30 ਆਰਗੇਨਾਈਜੇਸ਼ਨ ਨੇ। ਉਸਕੇ ਬਾਅਦ ਆਲ ਇੰਡੀਆ ਕੀ ਸਾਰੀਆਂ ਹੀ ਕੀਤੀਆਂ ਨੇ। ਉਹਦੇ ਵਿੱਚ ਅਸੀਂ ਕਿਹਾ ਵਾ ਕਿ ਸਵੇਰ ਤੋਂ ਲੈ ਕੇ ਸ਼ਾਮ ਦੇ 3 ਵਜੇ ਤੱਕ ਐਮਰਜੈਂਸੀ ਸਰਵਿਸਿਜ਼ ਨੂੰ ਛੱਡ ਕੇ ਦੁੱਧ, ਫਲ ਹੋਊਗਾ। ਉਹਦੇ ਸਿਰਫ ਐਮਰਜੈਂਸੀ ਐਂਬੂਲੈਂਸ ਵਗੈਰਾ, ਵਿਆਹ ਸ਼ਾਦੀ ਹੋਏਗਾ, ਬਾਕੀ ਕੋਈ ਨਹੀਂ ਬਿਮਾਰ ਸ਼ਮਾਰ ਆ। ਸੋ ਇਹਦੇ ਉੱਤੇ ਅਸੀਂ
ਐਤਕੀ ਨਵਾਂ ਫਾਰਮੂਲਾ ਲਿਆ ਵਾ ਵੀ ਅਸੀਂ ਵੇਖਿਆ ਵੀ ਕਈ ਵਾਰ ਜਦੋਂ ਰੇਲਾਂ ਜਾਮ ਸੀ ਨਾ 2 ਬੰਦੇ ਰੇਲ ਜਾਮ ਕਰ ਦਿੰਦੇ ਸੀ। ਇਹਦੇ 'ਚ ਅਸੀਂ ਕਿਹਾ ਵੀ ਪਾਰਟਿਸਿਪੇਸ਼ਨ ਵੱਧ ਕਰੋ, ਕਿਉਂਕਿ ਫਿਜ਼ਿਕਸ ਦਾ ਰੂਲ ਆ ਵੀ ਮਾਸ ਇਨਟੂ ਐਕਸਲਰੇਸ਼ਨ ਇਜ਼ ਇਕੁਅਲ ਟੂ ਗੁੱਡ ਰਿਜ਼ਲਟ। ਸੋ ਜਿੰਨੇ ਜ਼ਿਆਦਾ ਲੋਕ ਪਾਰਟਿਸਿਪੇਟ ਕਰਨ, ਇੱਥੇ ਜਿੰਨੀ ਪਾਰਟਿਸਿਪੇਸ਼ਨ ਹੈ ਉਹ ਅਸੀਂ ਤੁਹਾਨੂੰ ਨਹੀਂ ਬਤਾਉਣਾ ਚਾਹੁੰਦੇ ਕਿੰਨੀ ਆ। ਜਿੱਦਣ ਇਹ 10 ਲੱਖ ਤੇ ਪਹੁੰਚ ਗਈ ਆਟੋਮੈਟਿਕਲੀ ਰਿਜ਼ਲਟ ਆ ਜਾਏਗਾ। ਅਸੀਂ ਲੋਕਾਂ ਨੂੰ ਕਹਿ ਦਿੱਤਾ ਵੱਡੀ ਗਿਣਤੀ 'ਚ ਆਓ। ਅੱਜ ਤੁਸੀਂ ਵੇਖੋ ਭਲਵਾਨ ਕਰਤਾਰ ਸਿੰਘ ਬੜਾ ਇੰਟਰਨੈਸ਼ਨਲ ਹੈਗਾ, ਉਨਕੇ ਸਾਥ ਅਜੀਤ ਸਿੰਘ, ਸਾਰੇ ਲੋਕ ਜਿਹੜੇ ਆ ਤੁਹਾਡੇ ਸਮਰਥਨ ਦੇ ਵਿੱਚ ਆ ਰਹੇ ਆ ਜੀ ਦੇ ਆਰ ਗੋਇੰਗ, ਨਹੀਂ ਇੱਥੇ ਆਏ, ਖੁਦ ਆਏ। ਮੈਂ ਉਹੀ ਕਹਿ ਰਿਹਾ, ਮੈਂ ਇੱਥੇ ਆਏ ਨੇ ਬੋਲੇ ਸੀ ਉਹ ਰਾਸ਼ਟਰਪਤੀ ਨੂੰ ਕੱਲ ਆਪਣੇ ਅਵਾਰਡ ਦੇਣ ਜਾ ਰਹੇ। ਛੋਟੀ ਗੱਲ ਨਹੀਂ ਹੈ। ਤਾਂ ਇੱਕ ਵੱਡੀ ਗੱਲ ਇਹ ਹੈ ਕਿ 9 ਤਰੀਕ ਦੇ ਜਿਹੜੀ ਭਾਰਤ ਬੰਦ ਦੀ ਕਾਲ ਹੈਗੀ ਆ ਉਸ ਨੂੰ ਲੈ ਕੇ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ। ਮੋਟਾ ਤੁਹਾਨੂੰ ਦੱਸ ਦਿਆਂ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਭ ਕੁਝ ਬੰਦ ਰਹੇਗਾ। ਜੇਕਰ ਤੁਸੀਂ ਵਿਆਹ ਸ਼ਾਦੀ ਜਾਂ ਭੋਗ ਪਾਠ ਦੇ ਉੱਪਰ ਜਾਣਾ ਹੈ ਤੇ ਉਹਦੇ ਲਈ ਤੁਹਾਡੇ ਲਈ ਰਾਹ ਖੁੱਲੇ ਰਹਿਣਗੇ, ਐਂਬੂਲੈਂਸ ਦੇ ਲਈ ਰਾਹ ਖੁੱਲੇ ਰਹਿਣਗੇ। ਆਮ ਲੋਕਾਂ ਦੇ ਲਈ 3 ਵਜੇ ਤੱਕ ਚੱਕਾ ਜਾਮ ਰਹੇਗਾ ਮੁਕੰਮਲ ਤੌਰ ਦੇ ਉੱਪਰ, ਉੱਥੇ ਕਿਸੇ ਨੂੰ ਵੀ ਲੰਘਣ ਨਹੀਂ ਦਿੱਤਾ ਜਾਊਗਾ। ਜਥੇਬੰਦੀਆਂ ਦੇ ਵੱਲੋਂ ਇੱਕ ਵੱਡਾ ਫੈਸਲਾ ਕੀਤਾ ਗਿਆ ਹੈ। 8 ਤਰੀਕ ਨੂੰ ਭਾਰਤ ਬੰਦ ਦੀ ਕਾਲ ਦਿੱਤੀ ਗਈ ਹੈ। 8 ਤਰੀਕ ਨੂੰ ਕਦੋਂ ਅਤੇ ਕਿੰਨੇ ਵਜੇ ਭਾਰਤ